ऑपरेशन जी ब्लू स्टार भी जिहड़ा है ये इन्हां दी रिक्वेस्ट ते होया है। ਇਹ 22/4/84 ਨੂੰ ਲੌਂਗੋਵਾਲ ਟੌੜੇ ਨੇ ਇੰਦਰਾ ਗਾਂਧੀ ਨਾਲ ਅੱਧਾ ਘੰਟਾ ਗੱਲ ਕੀਤੀ ਹੈ। ਉਹਨੂੰ ਕਿਹਾ ਵੀ ਫੌਜ ਭੇਜ ਦੇ, ਇਹ ਭਿੰਡਰਾਂਵਾਲਾ ਸਾਡੇ ਕਾਬੂ ਤੋਂ ਬਾਹਰ ਹੈ। ਤੇ ਇਹ ਅਕਾਲੀ ਦਲ ਪੂਰੇ ਸੈਂਟਰ ਨਾਲ ਮਿਲ ਕੇ ਇਹ ਭਿੰਡਰਾਂਵਾਲੇ ਨੂੰ ਖਤਮ ਕਰਨਾ ਚਾਹੁੰਦਾ ਸੀ। ਗਿਆਨੀ ਜੈਲ ਸਿੰਘ ਇਸ ਗੱਲ ਤੋਂ ਪਰੇਸ਼ਾਨ ਹੋਏ ਸੀ। ਉਹ ਕਹਿੰਦੇ ਕਿ ਇੰਦਰਾ ਗਾਂਧੀ ਨੇ ਮੈਨੂੰ ਇਹ ਦੱਸਿਆ ਨਹੀਂ ਕਿ ਉਹਨੇ ਹਮਲੇ ਦੀ ਫੌਜ ਭੇਜ ਦਿੱਤੀ ਹੈ। ਵਾਕਈ ਗੱਲ ਸੱਚੀ ਹੈ? ਇੰਦਰਾ ਗਾਂਧੀ ਜਿਹੜੀ ਹੈ 3 ਦਫਾ ਅਕਾਲੀਆਂ ਨਾਲ ਸਮਝੌਤੇ ਤੋਂ ਪਿੱਛੇ ਹਟੀ ਜੈਲ ਸਿੰਘ ਦੀ ਕਨਿੰਗ ਐਡਵਾਈਸ ਤੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਅਸੀਂ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਇੰਟਰਵਿਊ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਅੱਜ ਮੇਰੇ ਨਾਲ ਖਾਸ ਸ਼ਖਸੀਅਤ ਹੈ ਆਸਟ੍ਰੇਲੀਆ ਤੋਂ। ਮੈਂ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਆ। ਉਹਨਾਂ ਦੀ ਇੱਕ ਕਿਤਾਬ ਬਹੁਤ ਚਰਚਾ ਦੇ ਵਿੱਚ ਹੈ। ਕਿਤਾਬ ਦਾ ਨਾਮ ਅੰਗਰੇਜ਼ੀ 'ਚ ਟਾਈਟਲ ਹੈ, ਸਿਰਲੇਖ ਹੈ, ਇਸ ਭਿੰਡਰਾਂਵਾਲਾ ਕਾਂਗਰਸ ਕ੍ਰੀਏਸ਼ਨ। ਸੋ ਮੈਂ ਉਸ ਕਿਤਾਬ ਦੇ ਬਾਬਤ ਤੇ ਹੋਰ ਉਹਨਾਂ ਦੇ ਕੋਲ ਜਿਹੜੇ ਡਾਕੂਮੈਂਟਸ ਨੇ, ਜਿਹੜੇ ਉਹਨਾਂ ਕੋਲ ਮੈਨੂਅਲ ਸਕ੍ਰਿਪਟਸ ਪਈਆਂ ਨੇ, ਜਿਨ੍ਹਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਸਭ ਕੁਝ ਲਿਖਿਆ ਹੈ, ਗੱਲਬਾਤ ਕਰਾਂਗਾ। ਸੋ ਬਲਦੇਵ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਸਵਾਗਤ ਹੈ ਟੀਵੀ ਪੰਜਾਬ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ, ਬੜੀ ਮਿਹਰਬਾਨੀ ਜੀ। ਧੰਨਵਾਦ ਤੁਹਾਡਾ, ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ, ਐਡੀ ਦੂਰੋਂ ਸਾਡੇ ਨਾਲ ਜੁੜੇ ਹੋ। ਤੁਹਾਡੀ ਕਿਤਾਬ ਜਿਹੜੀ ਹੈ ਕਿ ਭਿੰਡਰਾਂਵਾਲਾ ਜਿਹੜਾ ਸੀ ਉਹ ਕਾਂਗਰਸ ਕ੍ਰੀਏਸ਼ਨ ਹੈ, ਇਹ ਟਾਈਟਲ ਤੋਂ ਪਹਿਲਾਂ ਜਿਹੜਾ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਅਸੀਂ ਜਦੋਂ ਗੱਲ ਕਰਦੇ ਹਾਂ 1977 ਦੇ ਵਿੱਚ ਜਿਹੜੇ ਹੈ ਇੰਦਰਾ ਗਾਂਧੀ ਦੀ ਹਾਰ ਹੁੰਦੀ ਹੈ, ਤੇ ਉਸ ਤੋਂ ਬਾਅਦ ਏਦਾਂ ਹੀ ਜੇ ਪੰਜਾਬ ਦੀਆਂ ਚੋਣਾਂ ਹੁੰਦੀਆਂ ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਵੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ ਉਹ ਸੱਤਾ ਦੇ ਵਿੱਚ ਆ ਜਾਂਦੇ ਨੇ। ਤਾਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜਿਹੜੇ ਭਿੰਡਰਾਂਵਾਲੇ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਉਹ ਕਾਂਗਰਸ ਦੇ ਵੱਲੋਂ ਕ੍ਰੀਏਟ ਕੀਤੇ ਗਏ ਸੀ। ਗਿਆਨੀ ਜੈਲ ਸਿੰਘ ਤੇ ਸੰਜੇ ਗਾਂਧੀ ਦੇ ਵੱਲੋਂ ਇਹ ਕ੍ਰੀਏਟ ਕੀਤੇ ਗਏ ਸੀ। ਤੁਹਾਡੀ ਕਿਤਾਬ ਦਾ ਟਾਈਟਲ ਵੀ ਕੁਝ ਇਦਾਂ ਦਾ ਹੈ। ਇਹ ਕਿਵੇਂ ਤੁਸੀਂ ਟਾਈਟਲ ਰੱਖਿਆ ਤੇ ਕੀ ਇਹਦੀ ਰਿਐਲਿਟੀ ਹੈ? ਇਹ ਹੈ ਜੀ ਕਿਤਾਬ, ਔਰ ਜੀ ਇਹਦੇ ਵਿੱਚ ਜਦ ਸੰਤ ਜਰਨੈਲ ਸਿੰਘ ਨੂੰ ਬਣਾਉਂਦੇ ਆ ਮੁਖੀ ਜੀ ਦਮਦਮੇ ਟਕਸਾਲ ਦਾ, ਉਦੋਂ ਸਾਰਾ ਅਕਾਲੀ ਦਲ ਪਹੁੰਚਿਆ ਹੋਇਆ ਸੀ। ਜੀ ਇਹ ਫੋਟੋ ਹੈ। ਬਿਲਕੁਲ। ਇਹ ਫੋਟੋਆਂ ਜਿਹੜੀਆਂ ਨੇ ਤੁਹਾਡੀ ਕਿਤਾਬ ਦੇ ਵਿੱਚੋਂ ਮੈਂ ਲੈ ਕੇ ਆਪਣੇ ਐਡੀਟਰ ਨੂੰ ਕਹਾਂਗਾ ਕਿ ਉਹ ਜ਼ਰੂਰ ਇਸ ਸਕਰੀਨ ਦੇ ਉੱਤੇ ਜ਼ਰੂਰ ਦਿਖਾਵੇ, ਕਿਉਂਕਿ ਇਸ ਤਰ੍ਹਾਂ ਸਾਡੇ ਕੋਲੇ ਕਲੀਅਰ ਨਹੀਂ ਆ ਰਹੀਆਂ। ਤੁਹਾਡਾ ਕਹਿਣ ਦਾ ਮਤਲਬ ਕਿ ਉਸ ਟਾਈਮ ਸਾਰਾ ਅਕਾਲੀ ਦਲ ਜਿਹੜਾ ਸੀਗਾ ਉਸ ਟਾਈਮ ਉੱਥੇ ਪਹੁੰਚਿਆ ਹੋਇਆ ਸੀ, ਜਦੋਂ ਭਿੰਡਰਾਂਵਾਲੇ ਨੂੰ ਦਮਦਮੀ ਟਕਸਾਲ ਦਾ ਜਿਹੜਾ ਸੀਗਾ ਉਹ ਅਹੁਦਾ ਦਿੱਤਾ ਜਾਂਦਾ ਹੈ, ਉੱਥੇ ਦੇ ਅਹੁਦੇਦਾਰ ਬਣਾਇਆ ਜਾਂਦਾ ਹੈ। ਇਹ ਬਾਦਲ, ਟੌੜਾ, ਲੌਂਗੋਵਾਲ ਤਿੰਨੋਂ ਜਿਹੜੇ ਟਾਪ ਦੇ ਨੇ, ਇਹ ਜਦ ਉਹਨਾਂ ਨੂੰ ਟਕਸਾਲ ਦਾ ਮੁਖੀ ਬਣਾਇਆ ਜਾਂਦਾ ਹੈ ਉੱਥੇ ਪਹੁੰਚੇ ਹੋਏ ਨੇ। ਔਰ ਇਦਾਂ ਦੀ ਕੋਈ ਵੀ ਫੋਟੋ ਭਿੰਡਰਾਂਵਾਲੇ ਦੀ ਤੁਸੀਂ ਕਿਸੇ ਕਾਂਗਰਸੀ ਨਾਲ ਦਿਖਾ ਦਿਓ। ਅਕਾਲੀਆਂ ਨੂੰ ਆਪਣੀ ਪੋਲੀਟੀਕਲ ਪਾਵਰ ਵਾਸਤੇ ਜਦ ਗੱਠਜੋੜ ਬਣਾਉਣਾ ਪੈਂਦਾ ਹੈ ਨਾ, ਉਹ ਇਹਦੇ ਨਾਲ ਅਕਾਲੀ, ਜਨਸੰਘ ਔਰ ਕਮਿਊਨਿਸਟ, ਇਹ ਤਿੰਨੋਂ ਪਾਰਟੀਆਂ ਇਕੱਠੀਆਂ ਹੋ ਕੇ 67 ਤੋਂ 67 ਚ ਇਹਨਾਂ ਦੀ ਪਹਿਲੀ ਬਣਦੀ ਹੈ ਮਿਨਿਸਟਰੀ ਸ਼ਾਇਦ, ਤੇ ਉਦੋਂ ਤੋਂ ਇਹ ਤਿੰਨਾਂ ਦਾ ਗੱਠਜੋੜ ਹੈ। ਔਰ ਇਹਨਾਂ ਤਿੰਨਾਂ ਨੂੰ ਇਹਨਾਂ ਨੇ ਸਰਦਾਰ ਕਪੂਰ ਸਿੰਘ, ਜਿਹੜਾ ਐਡਾ ਵੱਡਾ ਇੰਟੈਲੈਕਚੁਅਲ, ਆਪਣੀ ICS ਦੀ ਨੌਕਰੀ ਗਵਾ ਬੈਠਾ ਇਹਨਾਂ ਸਿੱਖਾਂ ਦੇ ਮਸਲਿਆਂ ਕਰਕੇ, ਉਹਨੂੰ ਵੀ ਇਹਨਾਂ ਅਕਾਲੀਆਂ ਨੇ ਕਾਂਗਰਸ ਦਾ ਏਜੰਟ ਕਿਹਾ ਹੋਇਆ। ਔਰ ਸੰਤ ਜਰਨੈਲ ਸਿੰਘ ਜਿਉਂਦੇ ਜੀ ਇਹਨਾਂ ਨੇ ਇਹ ਰੌਲਾ ਪਾਤਾ ਸੀ ਇਹ ਕਾਂਗਰਸ ਦਾ ਏਜੰਟ ਹੈ, ਕਾਂਗਰਸ ਦਾ ਏਜੰਟ ਹੈ। ਕਾਂਗਰਸ ਨੇ ਖੜਾ ਕੀਤਾ ਕਿਉਂਕਿ ਇਹਨੇ SGPs ਦੀਆਂ ਇਲੈਕਸ਼ਨ ਜਿਹੜੀਆਂ ਸੀ 1979 ਦੇ ਵਿੱਚ ਭਾਈ ਅਮਰੀਕ ਸਿੰਘ ਨੂੰ ਰਈਏ ਤੋਂ ਲੜਵਾਈਆਂ ਸੀ, ਜੀਵਨ ਸਿੰਘ ਉਮਰਾ ਨੰਗਲ ਦੇ ਬਰਖਲਾਫ। ਉਹ ਇਲੈਕਸ਼ਨ ਰਾਈਵਲਰੀ ਹੈ ਨਾ ਇਹਨਾਂ ਦੀ, ਇਹਨਾਂ ਨੂੰ ਡਰ ਸੀ ਵੀ ਭਿੰਡਰਾਂਵਾਲਾ ਕਿਤੇ ਇਲੈਕਸ਼ਨ ਦੀ ਸਿਆਸਤ ਵਿੱਚ ਆ ਕੇ ਸਾਨੂੰ ਪਿੱਛੇ ਸੁੱਟ ਕੇ ਆਪ ਅੱਗੇ ਨਾ ਬਣ ਜਾਏ।
ਔਰ ਅਕਾਲੀ ਦਲ ਦਾ ਠੇਕੇਦਾਰ ਨਾ ਬਣ ਜੇ, ਲੀਡਰ ਨਾ ਬਣ ਜੇ। ਬਲਦੇਵ ਜੀ, ਜਦੋਂ ਆਪਾਂ ਗੱਲ ਕਰਦੇ ਆ ਬਲੂ ਸਟਾਰ ਆਪਰੇਸ਼ਨ ਤੋਂ ਕੁਝ ਦਿਨ ਪਹਿਲਾਂ ਦੀ, ਤੇ ਕਹਿੰਦੇ ਕਿ ਟੌੜਾ ਸਾਹਿਬ ਨੇ ਤੇ ਹਰਚਰਨ ਸਿੰਘ ਲੰਗੋਵਾਲ ਨੇ ਜਿਹੜਾ ਹੈ ਇੱਕ ਮੀਟਿੰਗ ਹੁੰਦੀ ਹੈ ਭਿੰਡਰਾਂਵਾਲੇ ਦੇ ਨਾਲ, ਤੇ ਉੱਥੇ ਉਹ ਕਹਿੰਦੇ ਜੀ ਅਸੀਂ ਸਮਝੌਤਾ ਕਰ ਲੈਨੇ ਆ, ਪਰ ਕਹਿੰਦੇ ਜੀ ਭਿੰਡਰਾਂਵਾਲਿਆਂ ਨੇ ਮੰਨੇ ਨਹੀਂ ਸਮਝੌਤੇ ਦੇ ਲਈ, ਤੇ ਉਸ ਤੋਂ ਬਾਅਦ ਵੀ ਇਹ ਸਾਰੀਆਂ ਚਾਲਾਂ ਜਿਹੜੀਆਂ ਨੇ ਚੱਲਣੀਆਂ ਸ਼ੁਰੂ ਹੋ ਗਈਆਂ। ਇਦਾਂ ਦਾ ਕੁਝ ਹੈ ਸੀ? ਦੇਖੋ ਜੀ, ਇਹ ਸ਼ਾਹ ਕਪੂਰ ਸਿੰਘ ਨੂੰ ਬੁਲਾਇਆ ਸੀ ਸੰਤ ਜਰਨੈਲ ਸਿੰਘ ਨੇ ਸਲਾਹ ਵਾਸਤੇ। ਸ਼ਾਹ ਕਪੂਰ ਸਿੰਘ ਨੇ ਫੋਟੋ ਵੀ ਹੈ, ਤੇ ਉਹ ਹੁਣ ਸ਼ਾਹ ਕਪੂਰ ਸਿੰਘ ਨੇ ਸਮਝਾਇਆ ਸੀ ਇਹਨਾਂ ਨੂੰ, ਸੰਤ ਜਰਨੈਲ ਸਿੰਘ ਨੂੰ, ਵੀ ਇੱਕ ਤਾਂ ਅਨੰਦਪੁਰ ਦੇ ਮਤੇ ਤੋਂ ਗਾਂਹ ਨਹੀਂ ਜਾਣਾ, ਮਤਲਬ ਕਿ ਖਾਲਿਸਤਾਨ ਦੀ ਗੱਲ ਨਹੀਂ ਕਰਨੀ। ਦੂਸਰਾ ਉਹਨਾਂ ਨੇ ਕਿਹਾ ਕਿ ਅਕਾਲੀਆਂ ਤੇ ਬਹੁਤਾ ਇਤਬਾਰ ਨਾ ਕਦੀ ਕਰੀ, ਤੈਨੂੰ ਕਦੀ ਵੀ ਧੋਖਾ ਦੇਣਗੇ। ਜਦ ਅਕਾਲੀਆਂ ਨੂੰ ਦਿਖਿਆ ਵੀ ਇਹ ਮਾਸਿਸ, ਸਿੱਖ ਮਾਸਿਸ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਜਿਹੜੇ ਸਿੱਖ ਸੀ, ਨੌਜਵਾਨ ਪੀੜ੍ਹੀ ਸੀ, ਉਹਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਪਾਪੂਲਰ ਹੋ ਗਏ ਸੀ, ਕਿਉਂਕਿ ਉਹ ਗ੍ਰਿਫਤਾਰੀ ਲਾਲਚ ਜੰਗਤਰਾਏ ਦੀ ਹੋਈ, ਉਹਦੇ ਵਿੱਚੋਂ ਬਰੀ ਹੋ ਕੇ ਆ ਗਏ, ਫਿਰ ਬੜੇ ਪਾਪੂਲਰ ਹੋ ਗਏ। ਉਹ ਇਹ ਚਾਹੁੰਦੇ ਸੀ ਵੀ ਇਹ ਜਿਹੜੇ ਇਹ ਲੀਡਰ ਕਿਤੇ ਨਾ ਬਣ ਜਾਏ ਤੇ ਅਸੀਂ ਸਾਨੂੰ ਬਾਹਰ ਕੱਢ ਕੇ ਤੇ ਆਪ ਲੀਡਰ ਬਣ ਜਾਏ ਅਕਾਲੀ ਦਲ ਦਾ। ਉਹਨਾਂ ਨੂੰ ਇਹ ਖਦਸ਼ਾ ਸੀ ਤੇ ਉਹਨੂੰ ਈਜ਼ੀਲੀ ਬਦਨਾਮ ਕਰਨ ਵਾਸਤੇ ਹੋਰ ਕੋਈ ਗੱਲ ਹੈ ਨਹੀਂ ਸੀ। ਕਾਂਗਰਸ ਦਾ ਏਜੰਡਾ, ਕਾਂਗਰਸ ਦਾ ਖੜਾ ਕੀਤਾ ਹੋਇਆ, ਔਰ ਕੋਈ ਸੰਜੇ ਗਾਂਧੀ, ਇੰਦਰਾ ਗਾਂਧੀ ਜਾਂ ਹੋਰ ਕਿਸੇ ਦੀ, ਜ਼ੈਲ ਸਿੰਘ ਦੀ ਕੋਈ ਫੋਟੋ ਸੰਤ ਜਰਨੈਲ ਸਿੰਘ ਨਾਲ ਕਿਸੇ ਵੀ ਸਟੇਜ ਤੇ ਦਿਖਾ ਦਿਓ, ਹੈ ਹੀ ਨਹੀਂ, ਕੋਈ ਐਵੀਡੈਂਸ ਹੀ ਨਹੀਂ ਹੈ। ਬਲਕਿ ਇਹਨਾਂ ਦੇ ਅਕਾਲੀਆਂ ਦੇ ਕਾਂਗਰਸ ਨਾਲ ਲਿੰਕ ਨੇ, ਜਨਸੰਘ ਨਾਲ ਲਿੰਕ ਨੇ, ਬੀਜੇਪੀ ਨਾਲ, ਆਰਐਸਐਸ ਨਾਲ, ਸਭ ਦੇ ਨਾਲ ਇਹਨਾਂ ਦੇ ਲਿੰਕ ਨੇ। ਇਹਨਾਂ ਦੇ ਇੰਦਰਾ ਗਾਂਧੀ ਨੂੰ ਵੀ ਚਿੱਠੀ ਭੇਜੀ ਸੀ 1980 ਚ ਵੀ ਅਸੀਂ ਤੇਰੇ ਨਾਲ ਰਲ ਜਾਂਦੇ ਆ, ਬਾਦਲ ਨੇ ਭੇਜੀ ਆ। ਮੈਂ ਤੁਹਾਨੂੰ ਦੱਸਦਾ, ਮੈਂ ਜਿਹੜਾ ਹੋਰ ਡਾਕੂਮੈਂਟ ਮੈਨੂੰ ਮਿਲੇ ਨੇ, ਤੇ ਮੈਂ ਨਵੀਂ ਕਿਤਾਬ, ਉਸਨੂੰ ਲਾਰਜ ਐਡੀਸ਼ਨ ਹੈ, ਇਹਦੇ ਵਿੱਚ ਮੈਂ ਸਾਰਾ ਕੁਝ ਦਿੱਤਾ ਆ ਡੇਟ ਵਾਈਜ਼। 1980 ਦੇ ਵਿੱਚ ਇਹਨਾਂ ਨੇ ਰਿਕੁਐਸਟ ਭੇਜੀ ਹੈ ਇੰਦਰਾ ਗਾਂਧੀ ਨੂੰ ਵੀ ਅਸੀਂ ਤੇਰੇ ਨਾਲ ਰਲ ਜਾਂਦੇ ਆ, ਤੇਰੇ ਨਾਲ ਰਲ ਕੇ ਅਸੀਂ ਇਲੈਕਸ਼ਨ ਲੜਦੇ ਆ। 1980, ਮਗਰ ਇੰਦਰਾ ਗਾਂਧੀ ਨੇ ਉਹਨੂੰ ਨਕਾਰਤਾ ਸੀ। 1980 ਮੈਂ ਤੁਹਾਨੂੰ ਦਿਖਾਣਾ ਜੀ। ਅੱਛਾ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਅਸੀਂ ਗੱਲ ਕਰੀਏ ਕਿ ਕਿਤੇ ਨਾ ਕਿਤੇ ਕਾਂਗਰਸ ਕ੍ਰੀਏਸ਼ਨ ਬਿਲਕੁਲ ਨਹੀਂ ਸੀਗਾ, ਜਦ ਕਿ ਇਹ ਕਹਿ ਲਓ ਕਿ ਜਿਹੜੇ ਸਿਆਸੀ ਲੀਡਰ ਜਿਹੜੇ ਹੁਣ ਵੀ ਸਰਗਰਮ ਨੇ, ਇਹਨਾਂ ਨੇ ਕਿਤੇ ਨਾ ਕਿਤੇ ਪ੍ਰੋਪੇਗੈਂਡੇ ਦੇ ਤਹਿਤ ਜਿਹੜਾ ਸੀਗਾ ਇਹ ਅਫਵਾਹਾਂ ਫੈਲਾ ਦਿੱਤੀਆਂ ਕਿ ਭਿੰਡਰਾਂਵਾਲੇ ਕਾਂਗਰਸ ਦਾ ਜਿਹੜਾ ਕ੍ਰੀਏਸ਼ਨ। ਬਲਦੇਵ ਜੀ, ਬਿਲਕੁਲ ਦਰੁਸਤ ਹੈ। ਬਿਲਕੁਲ ਇਹੀ ਗੱਲ ਹੈ, ਮੈਂ ਤੁਹਾਨੂੰ ਦੱਸ ਰਿਹਾ। 27 ਅਪ੍ਰੈਲ 1980 ਨੂੰ ਅਕਾਲੀ bid for tie up with Congress Indira. 7 members election committee of Akali High Command, including Prakash Singh Badal, Gurcharan Singh Tauda, J.S. Talwandi, Ravi Inder Singh, etc., gave in writing to Indira Congress for contesting assembly elections jointly, but she refused, knowing conduct of Badal during emergency. 1900 ਦੇ ਵਿੱਚ ਲਿਖਤੀ ਭੇਜਿਆ ਇਹਨਾਂ ਨੇ ਇੰਦਰਾ ਗਾਂਧੀ ਨੂੰ ਵੀ ਅਸੀਂ ਤੇਰੇ ਨਾਲ ਰਲ ਕੇ ਇਲੈਕਸ਼ਨ ਲੜਦੇ ਆ ਪੰਜਾਬ ਦੀਆਂ। ਤੇ ਇਹ ਆਪ ਉਸ ਤੋਂ ਬਾਅਦ ਸਾਰਾ ਅਕਾਲੀ ਦਲ, ਜਦ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਸੀ ਜ਼ੈਲ ਸਿੰਘ ਦੀ, ਸਾਰੇ ਅਕਾਲੀ ਐਮਐਲਏ ਐਮਪੀਜ਼ ਨੇ ਜ਼ੈਲ ਸਿੰਘ ਨੂੰ ਵੋਟਾਂ ਪਾਈਆਂ ਜੀ। ਉਹ ਜ਼ੈਲ ਸਿੰਘ ਕਾਂਗਰਸੀ ਨਹੀਂ ਸੀ। ਅੱਛਾ, ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਕਿ ਸਾਰੇ ਅਕਾਲੀਆਂ ਨੇ ਜਿਹੜਾ ਸੀ ਜ਼ੈਲ ਸਿੰਘ ਨੂੰ ਵੋਟਾਂ ਪਾਈਆਂ? ਇਹਦਾ ਕੋਈ ਆਰਕਾਈਵ ਜਾਂ ਪ੍ਰੂਫ ਸਰ ਤੁਹਾਡੇ ਕੋਲ ਤੁਸੀਂ ਇਸ ਦੌਰਾਨ ਇਕੱਠਾ ਕੀਤਾ ਹੋਵੇ? ਬਿਲਕੁਲ ਹੈ, ਬਿਲਕੁਲ ਸਬੂਤ ਹੈ, ਸਾਰਿਆਂ ਨੇ ਪਾਈਆਂ। ਮੈਂ ਤੁਹਾਨੂੰ ਦੱਸ ਦਿੰਦਾ, ਜਦ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ ਹੈ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਯਾਨੀ ਜ਼ੈਲ ਸਿੰਘ ਪ੍ਰੈਜ਼ੀਡੈਂਟ ਬਣੇ ਹੈ, ਉਹਦੇ ਵਿੱਚ ਪੂਰੇ ਅਕਾਲੀ ਦਲ ਦੇ ਐਮਐਲਏ ਐਮਪੀਜ਼ ਨੇ ਵੋਟ ਕਾਂਗਰਸ ਨੂੰ ਪਾਈ ਹੈ, ਜ਼ੈਲ ਸਿੰਘ ਨੂੰ ਪਾਈ ਹੈ ਜੀ। ਸੋ ਕਿਤੇ ਨਾ ਕਿਤੇ ਇੱਕ ਜਿਹੜਾ ਪ੍ਰੋਪੇਗੈਂਡਾ ਹੈ ਉਹ ਸਿਰਫ ਤੇ ਸਿਰਫ ਪ੍ਰੋਪੇਗੈਂਡਾ ਹੈ। ਅੱਛਾ, ਦੂਸਰੀ ਬਲਦੇਵ ਜੀ, ਤੁਹਾਡੀ ਪੋਲੀਟੀਕਲ ਰਾਈਵਲ ਉਹਨਾਂ ਦਾ, ਉਹ ਜਿਹੜੀ ਸਿੱਖ ਮਾਸਿਸ ਹੈ, ਉਹਦੀ ਗੱਲਾਂ ਚ ਆ ਜਾਣ ਔਰ ਇਹਨੂੰ ਵੋਟਾਂ ਦਾ ਪਾਵਰ ਇਹਨੂੰ ਨਾ ਦੇ ਦੇਣ, ਵੋਟਿੰਗ ਇਹਦੇ ਵੱਲ ਨਾ ਚਲੀ ਜਾਏ। ਅੱਛਾ, ਦੂਸਰੇ ਬੰਨੇ
ਜੀ ਤੁਹਾਡੀ ਰਿਸਰਚ ਤੋਂ ਹੀ ਇਹ ਪਤਾ ਲੱਗਦਾ ਸੀਗਾ ਕਿ ਕਹਿੰਦੇ ਕਿ ਤੁਸੀਂ ਇੱਕ ਆਰਟੀਆਈ ਪਾਈ ਸੀ ਜਿਹਦੇ ਵਿੱਚ ਪਤਾ ਲੱਗਿਆ ਸੀਗਾ ਕਿ ਕੋਈ ਰਿਟਨ ਪਰਮਿਸ਼ਨ ਨਹੀਂ ਸੀਗੀ ਆਪਰੇਸ਼ਨ ਬਲੂ ਸਟਾਰ ਦੀ। ਹਾਂਜੀ ਹਾਂਜੀ, ਮੈਂ ਆਰਟੀਆਈ ਪਾਈ ਸੀ ਤੇ ਉਦੋਂ ਹੋਮ ਮਿਨਿਸਟਰੀ ਤੇ ਪ੍ਰਾਈਮ ਮਿਨਿਸਟਰ ਆਫਿਸ, ਆਰਮੀ ਹੈੱਡਕੁਆਟਰ ਸਭ ਨੇ ਲਿਖ ਕੇ ਦਿੱਤਾ ਹੈ ਵੀ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈ ਰਿਟਨ ਆਰਡਰ ਦਾ ਆਪਰੇਸ਼ਨ ਬਲੂ ਸਟਾਰ ਦਾ। ਔਰ ਆਪਰੇਸ਼ਨ ਜੀ ਬਲੂ ਸਟਾਰ ਵੀ ਜਿਹੜਾ ਹੈ ਇਹ ਇਹਨਾਂ ਦੀ ਰਿਕੁਐਸਟ ਤੇ ਹੋਇਆ ਹੈ। ਲੌਂਗੋਵਾਲ ਨੇ, ਆ ਦੇਖੋ, ਇਹ ਮੈਂ ਤੁਹਾਨੂੰ ਦੱਸ ਰਿਹਾ, ਤੁਹਾਨੂੰ ਮੈਂ ਭੇਜਿਆ ਵੀ ਹੈ, ਇਹ ਹਿੰਦੁਸਤਾਨ ਟਾਈਮਜ਼ ਹੈ 22/4/1984 ਦਾ। ਜੀ ਇਹਦੇ ਵਿੱਚ ਕੰਮ ਕਰਦਾ ਸੀ ਪ੍ਰੈਸ ਰਿਪੋਰਟਰ MK ਧਰ, ਉਹ IB ਜੀ ਇੰਟੈਲੀਜੈਂਸ ਬਿਊਰੋ ਦਾ ਅਫਸਰ ਸੀ। ਉਹ ਇਹਦੇ ਵਾਸਤੇ ਛੁਪ ਕੇ ਕੰਮ ਕਰਦਾ ਸੀ ਹਿੰਦੁਸਤਾਨ ਟਾਈਮ ਵਾਸਤੇ। ਉਹ ਜੀ ਸੰਤ ਹੈਜ਼ ਟਾਕ ਵਿਦ ਪ੍ਰਾਈਮ ਮਿਨਿਸਟਰ ਬਿਡ ਟੂ ਕਰਬ ਰਿਬੈਲਸ। ਇਹ 22/4/84 ਨੂੰ ਲੌਂਗੋਵਾਲ ਟੋੜੇ ਨੇ ਇੰਦਰਾ ਗਾਂਧੀ ਨਾਲ ਅੱਧਾ ਘੰਟਾ ਗੱਲ ਕੀਤੀ ਹੈ। ਉਹਨੂੰ ਕਿਹਾ ਵੀ ਫੌਜ ਭੇਜ ਦੇ, ਇਹ ਭਿੰਡਰਾਂਵਾਲਾ ਸਾਡੇ ਕਾਬੂ ਤੋਂ ਬਾਹਰ ਹੈ। ਇਹ ਸੋਢੀ ਦੇ ਮਰਨ ਤੋਂ ਬਾਅਦ ਦੀ ਗੱਲ ਹੈ। ਜੀ ਸੁਰਿੰਦਰ ਸਿੰਘ ਨੂੰ ਅੱਛਾ, ਮਾਰਤਾ ਸੀ ਇਹ ਨਾ ਜਿਹੜਾ ਐਵੀਡੈਂਸ ਉਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲੇ ਹਿੰਦੁਸਤਾਨ ਟਾਈਮਜ਼ ਦਾ ਹੈ, ਇਹ ਮੀਟਿੰਗ ਜਿਹੜੀ ਸੀਗੀ ਤੋੜਾ ਸਾਹਿਬ ਦੀ ਤੇ ਲੰਗੋਵਾਲ ਸਾਹਿਬ ਦੀ, ਕਿੱਥੇ ਹੁੰਦੀ ਹੈ ਮੀਟਿੰਗ? ਕੁਝ ਪਤਾ ਹੈ? ਫੋਨ ਤੇ ਗੱਲ ਹੁੰਦੀ, ਕਿੱਥੇ ਹੁੰਦੀ ਹੈ? ਟੈਲੀਫੋਨ ਕੀਤਾ ਇੰਦਰਾ ਗਾਂਧੀ ਨੂੰ। ਲੌਂਗੋਵਾਲ ਜੀ ਨੇ ਆਪਣੇ ਹੈੱਡ ਆਫਿਸ ਤੋਂ, ਆਪਣੇ ਹੈੱਡਕੁਆਟਰ ਤੋਂ ਟੈਲੀਫੋਨ ਕੀਤਾ ਇੰਦਰਾ ਗਾਂਧੀ ਨੂੰ, ਅੱਧਾ ਘੰਟਾ ਇੰਦਰਾ ਗਾਂਧੀ ਨਾਲ ਗੱਲ ਕੀਤੀ 22/4/84 ਨੂੰ ਵੀ ਫੌਜ ਭੇਜ ਦੇ, ਇਹ ਭਿੰਡਰਾਂਵਾਲਾ ਸਾਡੇ ਕਾਬੂ ਤੋਂ ਬਾਹਰ ਹੈ। ਇਹਨਾਂ ਨੇ ਫੌਜ ਮੰਗਾਈ ਹੈ, ਜੀ ਅੱਛਾ ਲਿਖਤੀ ਵੀ ਭੇਜਿਆ, ਮੈਂ ਜੀ ਲਿਖਤੀ ਵੀ ਐਵੀਡੈਂਸ ਦਿਖਾਣਾ। ਇਹ ਦੇਖੋ, ਇਹ ਲਿਖਤੀ ਵੀ ਹੈ, ਇਹ ਲਿਖਤੀ ਵੀ ਹੈ, ਲੌਂਗੋਵਾਲ ਦੀ ਦਸਖਤ ਨੇ। ਇਹ ਚਿੱਠੀ ਟਾਈਪ ਕੀਤੀ ਸੀ ਦਵਿੰਦਰ ਸਿੰਘ ਦੁੱਗਲ, ਲਾਇਬ੍ਰੇਰੀ ਦਾ ਇੰਚਾਰਜ ਸੀ ਜਿਹੜਾ, ਉਹਨੇ ਟਾਈਪ ਜੀ ਕਰਕੇ ਸਾਈਨ ਕਰਵਾ ਕੇ ਤੇ ਬਾਈ ਕੋ ਹੈਂਡ ਇਹਨੂੰ RK ਧਵਨ ਨੂੰ ਭੇਜੀ, ਇੰਦਰਾ ਗਾਂਧੀ ਦੇ PA ਨੂੰ। ਇਹਦੇ 'ਚ ਬੜਾ ਸਾਫ਼ ਲਿਖਿਆ ਹੋਇਆ, ਇਹ ਤੁਸੀਂ ਪੜ੍ਹ ਕੇ ਤੁਸੀਂ ਆਪਣੇ ਉਹਦੇ 'ਚ ਐਵੀਡੈਂਸ ਸ਼ੋਅ ਕਰ ਸਕਦੇ ਹੋ ਵੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੇ ਨਾਲ ਸਲਾਹ ਕੀਤੀ ਹੈ ਉੱਦਾਂ ਕੰਮ ਕਰੋ। ਅੱਛਾ, ਉਸ ਤੋਂ ਜੀ ਪਹਿਲਾਂ ਕਿਤੇ ਨਾ ਜੀ ਗੁਰਚਰਨ ਸਿੰਘ ਜਿਹੜਾ ਸੈਕਟਰੀ ਸੀ ਲੌਂਗੋਵਾਲ ਦਾ, ਇਹਨੇ RN ਕੌਰ ਨੂੰ ਵੀ ਚਿੱਠੀ ਲਿਖੀ ਔਰ RK ਧਵਨ ਨੂੰ ਵੀ ਚਿੱਠੀ ਲਿਖੀ। ਔਰ ਇਹਦੇ ਵਿੱਚ ਬੜਾ ਸਾਫ਼ ਲਿਖਦੇ ਆ, the matter we discussed about one particular person। ਇਹ ਚਿੱਠੀ ਹੈ 22 ਫਰਵਰੀ 1984 ਦੀ। one person, ਜੀ particular person, he will be taken care of very soon and all arrangements are done। ਇਹ one particular person ਜਿਹੜਾ ਸੀ ਉਹ ਸੁਰਿੰਦਰ ਸਿੰਘ ਸੋਢੀ ਸੀ। ਉਹਨੂੰ ਮਾਰਨਾ ਵੀ ਜਿਹੜਾ ਇੱਕ ਇਹ ਪੂਰੀ ਉੱਥੇ ਕਨਸਪੀਰੇਸੀ ਦੇ ਨਾਲ ਮਾਰਿਆ ਗਿਆ ਉਹਨੂੰ, ਬਈ ਇੱਕ ਬੰਦੇ ਜਿਹਦੇ ਇਹ ਰਾਈਟ ਜੀ ਹੈਂਡ ਮੰਨਿਆ ਜਾਂਦਾ ਸੀ ਸੁਰਿੰਦਰ ਸਿੰਘ ਸੋਢੀ ਭਿੰਡਰਾਂਵਾਲੇ ਦਾ, ਇਹਨੇ ਪਲਾਨ ਕਰਕੇ ਉਹਨੂੰ ਮਾਰਿਆ। ਉਹਨੂੰ ਮਾਰਨ ਤੋਂ ਬਾਅਦ ਅੱਛਾ ਸਾਰੀ ਜਦੋਂ ਗੁਰਚਰਨ ਦੀ ਚਿੱਠੀ ਹੈ। ਜੀ ਬਲਦੇਵ ਜੀ, ਇੱਕ ਸਵਾਲ ਮੇਰਾ ਹੋਰ ਹੈ ਤੁਹਾਨੂੰ। ਕਹਿੰਦੇ ਕਿ ਜਦੋਂ ਅਸੀਂ ਬਹੁਤ ਇੰਟਰਵਿਊਜ਼ ਮੈਂ ਕਰ ਰਿਹਾ ਇਸ ਸਿਲਸਿਲੇ ਦੇ ਵਿੱਚ ਤੇ ਪਤਾ ਲੱਗ ਰਿਹਾ, ਕਹਿੰਦੇ ਕਿ ਕੋਈ ਝੰਡੀ ਹਰੀ ਦਿੱਤੀ ਸੀ ਅੰਦਰੋਂ, ਜਿਹੜੇ ਸਿਆਸੀ ਲੀਡਰ ਸੀ ਕੁਝ ਜਿਨ੍ਹਾਂ ਦਾ ਤੁਸੀਂ ਨਾਮ ਵੀ ਲੈ ਰਹੇ ਹੋ, ਕਹਿੰਦੇ ਜੀ ਅੰਦਰੋਂ ਸਿਆਸੀ ਹਰੀ ਝੰਡੀ ਮਿਲੀ ਸੀ ਤਦ ਹੀ ਉਹ ਅੰਦਰ ਗਏ ਸੀ। ਉਹਨਾਂ ਚਿਰ ਉਹ ਪਹਿਲਾਂ ਬਾਹਰੋਂ ਫਾਇਰਿੰਗ ਹੁੰਦੀ ਰਹੀ ਜਾਂ ਇੱਕਾ ਦੁੱਕਾ ਗੋਲੀਆਂ ਚੱਲਦੀਆਂ ਰਹੀਆਂ, ਜਦ ਤੱਕ ਉਹਨਾਂ ਨੂੰ ਹਰੀ ਝੰਡੀ ਨਹੀਂ ਮਿਲੀ ਉਦੋਂ ਤੱਕ ਉਹ ਅੰਦਰ ਨਹੀਂ ਗਏ। ਕੁਝ ਇਦਾਂ ਦਾ ਸੀ। ਅਕਾਲ ਤਖਤ ਦੇ ਅੰਦਰੋਂ ਨਹੀਂ, ਹਰੀ ਝੰਡੀ ਤਾਂ ਹਾਂਜੀ ਇਹਨਾਂ ਨੇ ਹਾਂਜੀ ਦੇ ਹੀ ਦਿੱਤੀ ਸੀ ਨਾ ਲੌਂਗੋਵਾਲ ਟੋੜੇ ਨੇ। ਹਰੀ ਝੰਡੀ ਤਾਂ ਲੌਂਗੋਵਾਲ ਟੋੜੇ ਨੇ ਕਹਿਤਾ ਸੀ ਵੀ ਸਾਰੀ ਗੱਲਬਾਤ ਤੈਅ ਹੋ ਗਈ ਸੀ ਤੇ ਇਹ ਦੁਨੀਆ ਨੂੰ ਦਿਖਾਵਾ ਸੀ ਵੀ ਇਹ ਕਣਕ ਬੰਦ ਕਰ ਦਿਓ ਜੀ, ਐਂ ਕਰ ਦਿਓ। ਬਲਕਿ ਇਹਨਾਂ ਨੇ ਆਪਣੇ ਪਿੰਡਾਂ 'ਚੋਂ ਆਪਣੇ ਜਿਹੜੇ ਬੰਦੇ ਖਾਸ ਸੀ ਉਹ ਮੰਗਵਾਏ ਸੀ, ਬੁਲਾਏ ਸੀ ਵੀ ਉਹ ਸਾਡੀ ਪ੍ਰੋਟੈਕਸ਼ਨ ਕਰਨਗੇ। ਜਦ ਅਗਰ ਜੇ ਭਿੰਡਰਾਂਵਾਲੇ ਦੇ ਬੰਦੇ ਸਾਡੇ ਤੇ ਅਟੈਕ ਕਰਨਗੇ ਤੇ ਉਹ ਸਾਡੀ ਪ੍ਰੋਟੈਕਸ਼ਨ ਕਰਨਗੇ। ਇਹ ਟੋੜਾ ਜੀ ਦਾ ਇੱਥੇ ਤੱਕ ਚਲਾ ਗਿਆ ਅੱਛਾ ਸੀ। ਇਹ ਦੇਖੋ, ਸੈਂਟਰਲ ਗਵਰਨਮੈਂਟ ਦੀ ਪਲੈਨਿੰਗ ਹੈ ਆਲਰੇਡੀ। ਇਹ ਹੈ ਬਲਿਟਜ਼ ਦੇ ਵਿੱਚ ਵੀ ਸੈਂਟਰ ਨੇ ਅਟੈਕ ਕਰਨਾ ਹੈ। ਇੰਦਰਾ ਗਾਂਧੀ ਨੇ ਪਲਾਨ ਕਰ ਰਿਹਾ ਸੀ ਵੀ ਅਟੈਕ ਕਰਨਾ ਹੈ। ਇਹ 1983 ਦਾ ਹੈ, ਅਕਤੂਬਰ ਜੀ 1983 ਦਾ ਬਲਿਟਜ਼। ਇਹ 1983 ਦੇ ਵਿੱਚ ਆਲਰੇਡੀ ਅਖਬਾਰਾਂ 'ਚ ਆ ਗਿਆ ਸੀ ਬਲਿਟਜ਼ ਦੇ ਵਿੱਚ
ਵੀ ਇੰਦਰਾ ਗਾਂਧੀ ਨੇ ਗੋਲਡਨ ਟੈਂਪਲ ਹਮਲਾ ਕਰਨਾ ਹੈ ਭਿੰਡਰਾਲੇ ਨੂੰ ਮਾਰਨ ਵਾਸਤੇ। ਬਿਲਕੁਲ ਪ੍ਰੂਫ ਮੈਂ ਦੇਖ ਸਕਦਾ ਤੁਹਾਡੇ ਕੋਲੇ ਪਏ ਨੇ, ਅਖਬਾਰਾਂ ਦੇ ਕਟਿੰਗ ਨੇ, ਇਹ ਬੁੱਕਸ ਦੀ ਦੇਖੋ ਕਟਿੰਗ ਇਹ ਨੇ। ਟੋੜਾ, ਅੱਛਾ ਇਹ ਦੇਖੋ ਟੋੜੇ ਦਾ ਕਿਰਦਾਰ ਦੇਖੋ। ਟੋੜਾ ਟੋਲਡ ਆਰਮੀ ਆਫ ਪਲਾਨ ਟੂ ਬਲੋ ਅਪ ਅਕਾਲ ਤਖਤ। ਟੋੜੇ ਨੇ ਆਰਮੀ ਨੂੰ ਕਿਹਾ ਵੀ ਭਿੰਡਰਾਲਾ ਅਕਾਲ ਤਖਤ ਆਪ ਹੀ ਉਡਾ ਦੇਗਾ ਤੇ ਨਾ ਤੁਹਾਡਾ ਲਾਏਗਾ ਵੀ ਫੌਜ ਨੇ ਉਡਾਤਾ। ਇਹ ਇਸ ਜੀ ਹੱਦ ਤੱਕ ਗਿਰਦੇ ਸੀ ਆ। ਅੱਛਾ ਇਹ ਖਬਰ ਤੋਂ ਕਿਵੇਂ ਕਲੀਅਰ ਹੁੰਦਾ ਹੈ? ਕਿਉਂਕਿ ਇਹ ਖਬਰ ਇਦਾਂ ਦੀ ਹੈ, ਕੁਝ ਕਨਸਪੀਰੈਂਸੀ ਵਾਲੀ ਲੱਗਦੀ ਹੈ ਕਿ ਭਿੰਡਰਾਲਾ ਆਪ ਹੀ ਉਡਾਏਗਾ। ਇਹਦਾ ਮਤਲਬ ਕੀ ਸੀਗਾ? ਕੀ ਡੀਕੋਡ ਕਰਦੇ ਹੋ ਤੁਸੀਂ ਇਹਨੂੰ? ਇਹ ਡੀਕੋਡ ਹੈ ਕਿ ਇਹ ਅਕਾਲੀ ਦਲ ਪੂਰੇ ਸੈਂਟਰ ਨਾਲ ਮਿਲ ਕੇ ਇਹ ਭਿੰਡਰਾਲੇ ਨੂੰ ਖਤਮ ਕਰਨਾ ਚਾਹੁੰਦਾ ਸੀ। ਇਹ ਮੇਨ ਹੈ ਕਨਸਪੀਰੇਸੀ। ਸੈਂਟਰ ਵੀ ਖਤਮ ਕਰਨਾ ਚਾਹੁੰਦੀ ਸੀ ਉਹਨੂੰ, ਤੇ ਅਕਾਲੀਏ ਵੀ ਉਹਨੂੰ ਮਰਵਾਉਣਾ ਚਾਹੁੰਦੇ ਸੀ। ਸਾਡੇ ਰਾਹ ਚੋਂ ਕੰਡਾ ਨਿਕਲੇ, ਇਹ ਸੀ ਇਹਨਾਂ ਦੀ ਸਟ੍ਰੈਟਜੀ। ਜੀ ਅੱਛਾ ਇੱਕ ਗੱਲ ਹੋਰ ਵੀ ਹੈ, ਕਹਿੰਦੇ ਜੀ ਉਦੋਂ ਅਨਾਉਂਸਮੈਂਟ ਕੀਤੀ ਗਈ ਸੀਗੀ ਕਿ ਜਿਹੜੇ ਮਿਲੀਟੈਂਟ ਅੰਦਰ ਨੇ ਉਹਨਾਂ ਨੂੰ ਅਨਾਉਂਸਮੈਂਟ ਕੀਤੀ ਸੀ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਆ ਜਾਓ, ਜਾਂ ਜਿਹੜੀਆਂ ਸਿੱਖ ਸੰਗਤਾਂ ਸੀ ਉਹਨਾਂ ਨੂੰ ਕਿਹਾ ਸੀ ਵੀ ਬਾਹਰ ਆ ਜਾਓ। ਤੇ ਕੁਝ ਲੋਕ ਕਹਿੰਦੇ ਨੇ ਕਿ ਅਨਾਉਂਸਮੈਂਟ ਨਾ ਦੇ ਕੁਝ ਨਹੀਂ ਹੋਇਆ ਉੱਥੇ। ਤੇ ਇਹਦੇ ਉੱਤੇ ਕੋਈ ਰਿਸਰਚ ਹੈ ਤੁਹਾਡੇ ਕੋਲ? ਇਹਦੇ ਤੇ ਮੈਂ ਤੇ ਜੋ ਦੂਜੀਆਂ ਇੰਟਰਵਿਊ ਸੁਣੀਆਂ ਨੇ, ਜਿਹੜੇ ਬ੍ਰਿਗੇਡੀਅਰ ਸੀ ਜਾਂ DIG ਸੀ BSF ਦੇ, ਹੋਰ ਜਿਹੜੇ ਨੇ ਉਹ ਕਹਿੰਦੇ ਨੇ ਵੀ ਇੰਨੀ ਕਮਜ਼ੋਰ ਸੀ ਅਨਾਉਂਸਮੈਂਟ, ਅੰਦਰ ਉਹ ਕਿਸੇ ਦੀ ਆਵਾਜ਼ ਗਈ ਹੀ ਨਹੀਂ। ਕਿਸੇ ਨੇ ਅੰਦਰ ਜਿਹੜੇ ਸੀ ਉਹ ਕਿਸੇ ਨੇ ਸੁਣੀ ਨਹੀਂ ਆਵਾਜ਼। ਜੀ ਬਲਦੇਵ ਜੀ, ਫਿਰ ਤੁਹਾਡਾ ਵੀ ਕਹਿਣ ਦਾ ਉਹੀ ਮਤਲਬ ਹੈ ਕਿ ਅਨਾਉਂਸਮੈਂਟ ਸਿਰਫ ਦਿਖਾਵਾ ਸੀਗਾ, ਉਸ ਤੋਂ ਇਲਾਵਾ ਕੁਝ ਨਹੀਂ ਸੀ। ਅੱਛਾ ਜਦੋਂ ਹੁਣ ਆਪਾਂ ਗੱਲ ਕਰਦੇ ਆ, ਬਹੁਤ ਸਾਰੇ ਸਿਆਸੀ ਲੀਡਰ ਇਹ ਦਾਅਵਾ ਕਰਦੇ ਨੇ ਕਿ ਵੀ ਅਸੀਂ ਜੇਲ੍ਹ ਕੱਟੀ ਉਸ ਤਰ੍ਹਾਂ, ਅਸੀਂ 7 ਸਾਲ ਜੇਲ੍ਹ 'ਚ ਰਹੇ ਹਾਂ, ਅਸੀਂ 8 ਸਾਲ ਜੇਲ੍ਹ 'ਚ ਰਹੇ ਹਾਂ। ਪਰ ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਹੈ ਕਿ ਇਹ ਸਿਆਸੀ ਸਿਰਫ ਤੇ ਸਿਰਫ ਇੱਕ ਪ੍ਰੋਪੇਗੈਂਡਾ ਸੀਗਾ, ਪਰ ਉਹ ਅਜੇ ਵੀ ਉਸ ਟਰੈਕ ਦੇ ਉੱਤੇ ਬੋਲਦੇ ਨਜ਼ਰ ਆਉਂਦੇ ਨੇ। ਕਹਿੰਦੇ ਜੀ ਅਸੀਂ 7 ਸਾਲ ਜੇਲ੍ਹ ਕੱਟ ਕੇ ਆਏ ਹਾਂ, ਅਸੀਂ 8 ਸਾਲ ਜੇਲ੍ਹ ਕੱਟੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਉਹ ਤਾਂ ਆਪਣੇ ਪਾਰਟੀ ਦੇ ਅੰਦਰ ਨੰਬਰ ਬਣਾਉਂਦੇ ਨੇ, ਪਾਰਟੀ ਦੇ ਅੰਦਰ ਹੀ ਆਪਣਾ ਲੱਗੇ ਹੁੰਦੇ ਆ। ਦੇਖੋ ਇਹ ਮੈਂ ਤੁਹਾਨੂੰ ਇੱਕ ਹੋਰ ਐਵੀਡੈਂਸ ਦੱਸਦਾ। ਇਹ ਦੇਖੋ, ਇਹ ਹੈ ਗਾਂਗੋਵਾਲ ਟ੍ਰਿਗਰਡ ਆਫ ਮਿਲਟਰੀ ਐਕਸ਼ਨ। ਇਹ ਇੰਦਰ ਮਲਹੋਤਰਾ ਹੈ, ਉਹਨੇ ਇੰਦਰਾ ਗਾਂਧੀ ਦੀ ਕਿਤਾਬ ਲਿਖੀ ਆ। ਇੰਦਰ ਮਲਹੋਤਰਾ ਬੜਾ ਵੱਡਾ ਜਰਨਲਿਸਟ ਹੋਇਆ, ਹੁਣ ਤਾਂ ਮਰ ਗਿਆ। ਉਹਨੇ ਇੰਦਰਾ ਗਾਂਧੀ ਤੇ ਕਿਤਾਬ ਲਿਖੀ ਆ। ਉਸ ਕਿਤਾਬ ਦੇ ਵਿੱਚ ਇਸਨੇ ਲਿਖਿਆ ਵੀ ਲੌਂਗੋਵਾਲ ਟ੍ਰਿਗਰਡ ਆਫ ਮਿਲਟਰੀ ਐਕਸ਼ਨ, ਮਤਲਬ ਉਹਨੇ ਟੈਲੀਫੋਨ ਕੀਤੀ ਹੈ। ਇਹ ਵੀ ਇੰਦਰ ਮਲਹੋਤਰਾ ਵੀ ਕਹਿੰਦਾ। ਕਲਮ ਉਹ ਹੋਰ ਐਵੀਡੈਂਸ ਹੈ, ਹੋਰ ਐਵੀਡੈਂਸ। ਇੱਕ ਜਰਨਲਿਸਟ ਜਿਹੜਾ ਹੈ, ਜਰਨਲਿਸਟ ਇੰਦਰ ਮਲਹੋਤਰਾ, ਇਹ ਉਹਦੀ ਕਿਤਾਬ ਦੇ ਵਿੱਚ ਹੈ। ਫਿਰ ਸੰਤ ਸਿੰਘ ਤੇਗ JNK ਦਾ, ਕਾਂਗਰਸ ਦਾ, ਅਕਾਲੀ ਦਲ ਦਾ ਪ੍ਰਧਾਨ ਸੀ JNK ਦਾ, ਉਹ ਮੌਕੇ ਤੇ ਕੁਦਰਤੀ ਕਹਿੰਦਾ ਮੈਂ ਲੌਂਗੋਵਾਲ ਦੇ ਮਿਲਣ ਗਿਆ ਤੇ ਉਹਦੇ ਕਮਰੇ ਦੇ ਬਾਹਰ ਬੈਠਾ ਸੀ। ਮੈਨੂੰ ਆਵਾਜ਼ ਆ ਰਹੀ ਸੀ ਅੰਦਰੋਂ ਵੀ ਫੌਜ ਭੇਜ ਦਿਓ, ਫੌਜ ਜਲਦੀ ਭੇਜ ਦਿਓ। ਸੋ ਉਦੋਂ ਕੁਦਰਤੀ ਉਹ ਪਹੁੰਚ ਗਿਆ ਸੰਤ ਸਿੰਘ ਤੇਗ, ਔਰ ਉਹਨੇ ਬਾਅਦ ਚ ਦੱਸਿਆ ਵੀ ਅੰਦਰੋਂ ਫੋਨ ਕਰ ਰਹੇ ਸੀ ਕਿ ਫੌਜ ਜਲਦੀ ਭੇਜ ਦਿਓ, ਇਹ ਭਿੰਡਰਾਲਾ ਸਾਡੇ ਤੋਂ ਕਾਬੂ ਤੋਂ ਬਾਹਰ ਹੈ। ਜੀ ਇਦਾਂ ਦੀਆਂ ਜਿੱਦਾਂ ਹਾਂਜੀ ਜੀ 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 ਬਲਦੇਵ ਜੀ, ਇਹ ਦੇਖੋ, ਇਹ ਟੋੜਾ, ਬਾਦਲ, ਕੈਪਟਨ ਕਮਲਜੀਤ ਸਿੰਘ, ਇਹ ਪੰਜਾਬ ਦੇ ਵਿੱਚ RSS ਦਾ ਮੇਨ ਸਾਲਾਨਾ ਫੰਕਸ਼ਨ ਹੁੰਦਾ। ਰਜਿੰਦਰ ਸਿੰਘ ਮੇਨ ਉਹਦਾ ਸੀ। ਇਹ ਉਹਦੇ ਨਾਲ ਬੈਠੇ ਹੋਏ ਨੇ ਪੰਜਾਬ ਦੇ ਵਿੱਚ। ਇਹਨਾਂ ਦੇ RSS BJP ਦੂਜਿਆਂ ਨਾਲ ਬੜੇ ਤਗੜੇ ਡੂੰਘੇ ਲਿੰਕ ਨੇ। ਈਵਨ 47 ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਦੇ ਲਿੰਕ ਸੀ ਹਿੰਦੂ ਸਮਾਜ ਸਭਾ ਔਰ RSS ਦੇ ਨਾਲ। ਇਹ ਲਾਰਡ ਮਾਊਂਟਬੈਟਨ ਦਾ ਟਾਪ ਸੀਕ੍ਰੇਟ ਡਾਕੂਮੈਂਟ ਹੈ, ਟਾਪ ਸੀਕ੍ਰੇਟ ਲਾਰਡ ਮਾਊਂਟਬੈਟਨ ਦਾ 1947 ਦਾ। ਇਹਦੇ ਵਿੱਚ ਉਹ ਦੱਸਦਾ ਹੈ ਕਿ ਮਾਸਟਰ ਤਾਰਾ ਸਿੰਘ ਪਲਾਨ ਕੀਤਾ RSS ਦੇ ਨਾਲ ਮਿਲ ਕੇ ਜਿਨ੍ਹਾਂ ਨੂੰ ਮਾਰਨ ਦਾ। ਜਦ ਇਹਨੇ ਪਲਾਨ ਕੀਤਾ ਜਿਨ੍ਹਾਂ ਨੂੰ ਮਾਰਨ ਦਾ, ਇਹਨੇ ਫਿਰ ਇਹ ਗੱਲ ਜਦ ਲੀਕ ਆਊਟ ਹੋ ਗਈ, ਮੁਸਲਿਮ ਲੀਗ ਵਾਲਿਆਂ ਨੂੰ ਪਤਾ ਲੱਗਾ
ਫਿਰ ਵੈਸਟ ਪੰਜਾਬ 'ਚ ਉਹਨੇ ਸਿੱਖ ਮਾਰਨੇ ਔਰ ਕੱਢਣੇ ਸ਼ੁਰੂ ਕਰਤੇ। ਉਸ ਤੋਂ ਜੀ ਪਹਿਲਾਂ 3 ਮਾਰਚ ਉਸ ਤੋਂ ਪਹਿਲਾਂ 3 ਮਾਰਚ ਨੂੰ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦਾ ਝੰਡਾ ਆਪਣੀ ਕਿਰਪਾਨ ਨਾਲ ਪਾੜਿਆ। ਉਹਦੇ ਕਰਕੇ ਫਿਰ ਉਹਦੇ ਇਲਾਕੇ 'ਚ ਸਿੱਖਾਂ ਦਾ ਕਤਲ ਹੋਇਆ। ਸੋ ਅਕਾਲੀਏ ਜਿਹੜੇ ਨੇ ਸ਼ੁਰੂ ਤੋਂ ਲੀਡਰਸ਼ਿਪ ਇੰਨੀ ਮਾੜੀ ਰਹੀ ਹੈ, ਸਿੱਖਾਂ ਦਾ ਇਹਨਾਂ ਨੇ ਨੁਕਸਾਨ ਹੀ ਨੁਕਸਾਨ ਕੀਤਾ ਸਿਰਫ ਆਪਣੇ ਇੰਟਰਸਟ ਕਰਕੇ। ਉਹਦਾ ਅਕਾਲੀ ਲੀਡਰਾਂ ਨੇ ਉਹਦਾ ਤੇ ਬੇੜਾ ਗਰਕ ਹੈ ਹੀ ਹੈ, ਉਹ ਤੇ ਮਾਰਦੇ ਨੇ ਸਿੱਖਾਂ ਨੂੰ, ਉਹ ਤੇ ਖਤਮ ਕਰਨਾ ਚਾਹੁੰਦੇ ਨੇ। ਮਗਰ ਜਿਹੜੇ ਬਚਾਉਣਾ ਚਾਹੁੰਦੇ ਸੀ, ਜਿਹੜੇ ਠੇਕੇਦਾਰ ਸੀ ਸਿੱਖ ਧਰਮ ਦੇ, ਬੇੜਾ ਗਰਕ ਇਹਨਾਂ ਨੇ ਵੀ ਕੀਤਾ ਲੀਡਰਾਂ ਨੇ। ਜੀ ਅੱਛਾ, ਬਿਲਕੁਲ ਤੁਹਾਡੀਆਂ ਗੱਲਾਂ ਤੋਂ ਇਦਾਂ ਲੱਗਦਾ ਹੈ ਕਿ ਜਿਹੜੇ ਸਿੱਖ ਪੰਥਕ ਬਣੇ ਫਿਰਦੇ ਨੇ ਹਨਾ, ਉਹਨਾਂ ਨੇ ਬਹੁਤ ਨੁਕਸਾਨ ਕੀਤਾ ਆ। ਜਿਹੜੀ ਹੁਣ ਦੀ ਲੀਡਰਸ਼ਿਪ ਆ, ਪ੍ਰੈਜ਼ੈਂਟ ਲੀਡਰਸ਼ਿਪ ਆ, ਇਹਨੂੰ ਕਿੱਦਾਂ ਦੇਖਦੇ ਹੋ ਬਲਦੇਵ ਜੀ? ਬਿਲਕੁਲ ਬਹੁਤ ਗੰਦੇ ਨੇ, ਬਹੁਤ ਮਾੜੇ ਨੇ। ਇਹਨਾਂ ਨੇ ਤਾਂ ਬੇੜਾ ਡੋਬ ਦਿੱਤਾ ਹੈ। ਹੋਰ ਵੀ ਕਿਹੜਾ ਨਾਂ ਤੁਸੀਂ ਨਾ ਲਓ, ਮੈਂ ਤੁਹਾਨੂੰ ਦੱਸਦਾ ਬੜੇ ਭੈੜੇ ਬੰਦੇ ਨੇ ਉਹ। ਜੀ ਇਹਨਾਂ ਚੋਂ ਕੋਈ ਵੀ ਕੌਮ ਦਾ ਭਲਾ ਨਹੀਂ ਚਾਹੁੰਦਾ। ਅੱਛਾ, ਇਹ ਲੋਕ ਬਹੁਤੇ ਲੋਕਾਂ ਦਾ ਇਹ ਕਹਿਣਾ ਸੀ ਕਿ ਕਹਿੰਦੇ ਜੀ ਉੱਥੇ ਹਥਿਆਰ ਬਹੁਤ ਜ਼ਿਆਦਾ ਰੱਖੇ ਗਏ ਸੀਗੇ ਬਲੂ ਸਟਾਰ ਦੇ ਦੌਰਾਨ, ਜਿਹਦਾ ਕਰਕੇ ਜਿਹੜੀ ਵੱਡਾ ਜਿਹੜਾ ਇੱਕ ਸਟੈਪ ਲਿਆ ਆ। ਕਿਹੜੇ ਹਥਿਆਰ ਸੀਗੇ ਜਿਹੜੇ ਸੀਗੇ? ਕਿਉਂਕਿ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਜਾਂਦਾ। ਹਥਿਆਰ ਤਾਂ ਦੇਖੋ ਜੀ, ਇਹ ਆਏ ਵੀ ਨਾ ਬੜੀ ਲੇਟ ਆਏ ਆ। ਜਦ ਸੁਬਰਾਮਨਿਅਮ ਸਵਾਮੀ ਜਾ ਕੇ ਸੰਤ ਪਿੰਡਰਾਲੇ ਕੋਲ ਰਹਿੰਦਾ 4-5 ਦਿਨ, ਤੇ ਉਹ ਘੁੰਮਦਾ ਫਿਰਦਾ ਸਾਰਾ ਦੇਖਦਾ, ਉਹ ਜਿੱਥੇ ਉਹ ਕਹਿੰਦਾ ਉਹਨੂੰ ਲੈ ਜਾਂਦੇ ਨੇ, ਦਿਖਾਉਂਦੇ ਨੇ ਵੀ ਦਿਖਾ ਕਿੱਥੇ ਹਥਿਆਰ ਕਿੱਥੇ ਨੇ। ਤੇ ਉਹ ਸੁਬਰਾਮਨਿਅਮ ਸਵਾਮੀ ਕਹਿੰਦਾ ਕੋਈ ਹਥਿਆਰ ਨਹੀਂ ਹੈ। ਮਗਰ ਹਥਿਆਰ ਬਾਅਦ ਚ ਆਏ ਜਦ ਸੰਤ ਜਰਨੈਲ ਸਿੰਘ ਨੂੰ ਜਿਹੜੇ ਨੇ ਉਸ ਦੇ ਫੌਜ ਦੇ ਅਫਸਰ ਕਈ ਵਿੱਚ ਜਿਹੜੇ ਨੌਕਰੀਆਂ ਕਰਦੇ ਸੀ, ਉਹ ਵੀ ਅੰਦਰ ਦੀ ਗੱਲ ਦੱਸ ਦਿੰਦੇ ਸੀ। ਉਹਨਾਂ ਨੇ ਜਦ ਦੱਸ ਦਿੱਤਾ ਵੀ ਉਹਨਾਂ ਨੇ ਤੈਨੂੰ ਮਾਰਨ ਵਾਸਤੇ ਫੌਜ ਭੇਜਣੀ ਹੈ ਤੇ ਤੂੰ ਜੋ ਇੰਤਜ਼ਾਮ ਕਰਨਾ ਕਰ ਲੈ। ਫਿਰ ਮੇਜਰ ਜਨਰਲ ਵਿਵੇਕ ਸਿੰਘ ਨਾਲ ਇਹਨਾਂ ਨੇ ਸਲਾਹ ਕਰਕੇ, ਫਿਰ ਕੰਵਰ ਸੰਧੂ ਹੈ ਬੜਾ ਤਗੜਾ ਜਰਨਲਿਸਟ ਹੈ, ਉਹਨੇ ਫਿਰ ਇਹਦੇ ਤੇ ਖੋਜ ਕੀਤੀ। ਫਿਰ ਦੱਸਿਆ ਵੀ ਕਿਸ ਤਰ੍ਹਾਂ ਕਿਹੜੀ ਡੇਟ ਨੂੰ ਕਿਸ ਤਰ੍ਹਾਂ ਅਸਲਾ ਆਇਆ, ਔਰ ਇੰਨਾ ਖਤਰਨਾਕ ਅਸਲਾ ਨਹੀਂ ਸੀ ਜਿੱਦਾਂ ਕਹਿੰਦੇ ਨੇ ਜੀ। ਉਹ ਜਿਹੜਾ ਅਸਲਾ ਵੀ ਸੀ ਉਹ ਮੇਰੇ ਖਿਆਲ ਚਾਈਨਾ ਮੇਡ ਸੀ ਜਾਂ ਕਿੱਦਾਂ ਦਾ ਸੀ, ਇੱਦਾਂ ਦਾ ਸੀ ਜਾਂ ਇੰਡੀਆ ਮੇਡ ਹੀ ਸੀ। ਉਹ ਮੇਜਰ ਜਨਰਲ ਵਿਵੇਕ ਸਿੰਘ ਦੇ ਲਿੰਕ ਸੀ, ਉਹਨੇ ਕਿਧਰੋਂ ਮੰਗਵਾ ਲਿਆ, ਇਕੱਠਾ ਕਰ ਲਿਆ। ਜਦ ਉਹ ਸਟ੍ਰੈਟੇਜਿਕ ਪੋਜੀਸ਼ਨ ਤੇ ਬੈਠੇ ਸੀ ਨਾ ਅੰਦਰ ਛੁਪ ਕੇ, ਉਹ ਫਿਰ ਉਹ ਜ਼ਿਆਦਾ ਨੁਕਸਾਨ ਕਰ ਸਕਦੇ ਆ। ਔਰ ਕੋਈ ਉਹਨਾਂ ਕੋਲ ਅਸਲਾ ਬਹੁਤ ਜ਼ਬਰਦਸਤ ਨਹੀਂ ਸੀ, ਜਿੰਨਾ ਵੀ ਸੀ ਉਹਦੇ ਨਾਲ ਅੰਦਰ ਸੇਫ ਜਗ੍ਹਾ ਤੇ ਬੈਠੇ ਜਦੋਂ ਅਟੈਕ ਕਰਦੇ ਆ ਤੇ ਉਹ ਦੂਜੇ ਦਾ ਨੁਕਸਾਨ ਜ਼ਿਆਦਾ ਹੁੰਦਾ। ਸੋ ਇਸ ਕਰਕੇ ਉਹ ਸੇਫ ਜਗ੍ਹਾ ਤੇ ਬੈਠ ਕੇ ਛੁਪ ਕੇ ਤੇ ਉਹਨਾਂ ਨੇ ਅਟੈਕ ਕੀਤਾ ਤੇ ਫੌਜ ਦਾ ਨੁਕਸਾਨ ਜ਼ਿਆਦਾ ਹੋਇਆ। ਕੋਈ ਅਸਲਾ ਉਹਨਾਂ ਕੋਲ ਬਹੁਤ ਜ਼ਬਰਦਸਤ। ਅੱਛਾ, ਦੂਸਰੇ ਬੰਨੇ ਜਦੋਂ ਆਪਾਂ ਤੁਸੀਂ ਕਹਿੰਦੇ ਹੋ ਕਿ ਬਹੁਤ ਪਹਿਲਾਂ ਪਤਾ ਲੱਗ ਜਾਂਦਾ, ਬਲਿਟਸ ਦੀ ਤੁਸੀਂ ਮੈਨੂੰ ਦਿਖਾਈ ਹੈ ਖਬਰ, ਪਰ ਗਿਆਨੀ ਜੈਲ ਸਾਰੀਆਂ ਇੰਟਰਵਿਊਜ਼ ਵਿੱਚ ਗਿਆਨੀ ਜੈਲ ਸਿੰਘ ਦਾ ਜ਼ਿਕਰ ਆਉਂਦਾ ਆ। ਸਾਰੀਆਂ ਰਿਸਰਚ ਹੁੰਦੀਆਂ, ਚਾਹੇ ਉਹ ਕਿਸੇ ਦੀ ਵੀ ਰਿਸਰਚ ਹੋਵੇ, ਸਤੀਸ਼ ਜੈਕਬ ਦੀ ਹੋਵੇ, ਮਾਰਕਟੂਲੀ ਦੀ ਹੋਵੇ, ਤਬਲੀਨ ਕਹਿੰਦੀ ਆ ਕਿ ਕਹਿੰਦੇ ਕਿ ਬਹੁਤ ਵਾਰ ਜਿਹੜਾ ਹੈ ਗਿਆਨੀ ਜੈਲ ਸਿੰਘ ਇਸ ਗੱਲ ਤੋਂ ਪਰੇਸ਼ਾਨ ਹੋਏ ਸੀ। ਉਹ ਕਹਿੰਦੇ ਕਿ ਇੰਦਰਾ ਗਾਂਧੀ ਨੇ ਮੈਨੂੰ ਇਹ ਦੱਸਿਆ ਨਹੀਂ ਕਿ ਉਹਨੇ ਹਮਲੇ ਦੀ ਫੌਜ ਭੇਜ ਦਿੱਤੀ ਹੈ। ਵਾਕਈ ਗੱਲ ਸੱਚੀ ਹੈ? ਝੂਠ ਮਾਰਦਾ ਜੀ, ਬਹੁਤ ਤਗੜੇ ਝੂਠੇ ਇੱਕ ਤੋਂ। ਮੈਂ ਤੁਹਾਨੂੰ ਦੱਸਦਾ, ਇਹ ਇੰਦਰ ਮਲਹੋਤਰੇ ਨੇ ਆਪਣੀ ਕਿਤਾਬ 'ਚ ਲਿਖਿਆ, ਇੰਦਰ ਮਲਹੋਤਰੇ ਨੇ, ਅੰਗਰੇਜ਼ੀ 'ਚ ਹੈ ਜੀ। ਇੰਦਰਾ ਗਾਂਧੀ allegedly backed out of an agreement with the Akali negotiations at the last minute at least thrice on the cunning advice of Gyani Jail Singh। ਕਹਿੰਦੇ ਇੰਦਰਾ ਗਾਂਧੀ ਜਿਹੜੀ ਹੈ 3 ਦਫਾ ਅਕਾਲੀਆਂ ਨਾਲ ਸਮਝੌਤੇ ਤੋਂ ਪਿੱਛੇ ਹਟੀ ਜੈਲ ਸਿੰਘ ਦੀ ਕਨਿੰਗ ਐਡਵਾਈਸ ਤੇ 3 ਦਫਾ ਜੀ। ਅੱਛਾ, ਉਹ ਜੈਲ ਸਿੰਘ ਕਹਿੰਦਾ ਸੀ, ਉਹਦੀ ਕਿਤਾਬ 'ਚ ਦੇਖ ਲਓ, ਜੈਲ ਸਿੰਘ advised Mrs. Gandhi that a settlement on Punjab should be reached only when the credit for it could
it could be given to Rajiv and no one else. ਵੀ ਉਦੋਂ ਕਰੀ ਜਦ ਰਜੀਵ ਨੂੰ ਫਾਇਦਾ ਪਹੁੰਚੇ, ਜੀ ਜਿਹੜਾ ਸਾਰਾ ਕ੍ਰੈਡਿਟ ਹੈ ਉਹ ਰਾਜੀਵ ਗਾਂਧੀ ਨੂੰ ਜਾ ਨੂੰ ਜਾਏ। ਇਹ ਜ਼ੈਲ ਸਿੰਘ ਦੀ ਐਡਵਾਈਸ ਤੇ ਉਹ ਚਲਦੀ ਸੀ, ਉਹਨੂੰ ਪਤਾ ਸੀ ਸਾਰਾ ਸਾਰਾ ਬਲਦੇਵ ਜੀ ਹਾਂਜੀ। ਅੱਛਾ ਇਸ ਕਰਕੇ ਮੇਰਾ ਜ਼ੈਲ ਸਿੰਘ ਨੂੰ ਸਭ ਪਤਾ ਸੀ ਐਵੇਂ ਮਾਰਦਾ, ਸਭ ਪਤਾ। ਅੱਛਾ ਬਲਦੇਵ ਜੀ, ਇੱਕ ਸਵਾਲ ਮੇਰਾ ਤੁਹਾਡੇ ਕੋਲੇ ਇਹ ਹੈ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਕੁਲਦੀਪ ਨਈਅਰ ਆਪਣੀ ਕਿਤਾਬ 'ਚ ਲਿਖਦੇ ਨੇ ਬਿਯੋਂਡ ਦਾ ਟਰੁਥ ਦੇ ਵਿੱਚ, ਜਿਹੜੀ ਕਿਤਾਬ ਉਹਨਾਂ ਦੀ, ਉਹਦੇ ਵਿੱਚ ਉਹ ਲਿਖਦੇ ਨੇ, ਕਹਿੰਦੇ ਕਿ ਇੰਦਰਾ ਗਾਂਧੀ ਦੇ ਨਾਲ ਭਿੰਡਰਾਂਵਾਲੇ ਦੀ ਇੰਟਰਵਿਊ ਵੀ ਕਹਿੰਦੇ ਹੁੰਦੀ ਆ, ਗਿਆਨੀ ਜ਼ੈਲ ਸਿੰਘ ਕਰਾਉਂਦਾ ਹੈ ਤੇ ਸੰਜੇ ਗਾਂਧੀ ਨੇ ਵੀ ਪਰਸਨਲ ਇੰਟਰਵਿਊ ਕੀਤੀ ਹੈ। ਇੱਕ ਬੰਦਾ ਹੋਰ ਪਹਿਲਾਂ ਬਣਾਉਂਦੇ, ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਦੂਸਰੀ ਵਾਰ ਇੰਟਰਵਿਊ ਹੁੰਦੀ ਹੈ, ਇੱਕ ਬਹੁਤ ਵੱਡੀ ਇੰਟਰਵਿਊ ਛਪਦੀ ਵੀ ਇਹਦੇ ਨੂੰ ਲੈ ਕੇ। ਵਾਕਈ ਗੱਲ ਸੱਚੀ ਸੀ ਵੀ ਕੋਈ ਸੀਕ੍ਰੀਟ ਇੰਟਰਵਿਊ ਹੁੰਦੀ ਹੋਈ ਸੀ ਜਾਂ ਇਹ ਵੀ ਇੱਕ ਪ੍ਰੋਪੇਗੈਂਡਾ ਹੈ? ਕੋਈ ਮੀਟਿੰਗ ਨਹੀਂ ਹੋਈ, ਬਲਕਿ ਜਦ ਭਿੰਡਰਾਂਵਾਲਾ ਬਰੀ ਹੋ ਕੇ ਆਇਆ ਨਾ ਲਾਲਾ ਜਗਤ ਰਾਏ ਦੇ ਕੇਸ 'ਚ, ਉਦੋਂ ਆਪਣੇ ਬੰਦਿਆਂ ਨਾਲ ਦਿੱਲੀ ਗਿਆ ਸੰਤੋਖ ਸਿੰਘ ਦੇ ਭੋਗ ਤੇ। ਸੰਤੋਖ ਸਿੰਘ ਨੂੰ ਗੋਲੀ ਮਾਰਤੀ ਸੀ ਨਾ, ਉਹਦੇ ਭੋਗ ਤੇ ਗਿਆ ਜੀ। ਉਦੋਂ ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਚੱਕਰ ਮਾਰਿਆ ਸੀ, ਬਾਅਦ 'ਚ ਵੀ। ਉਦੋਂ ਸੀਕ੍ਰੇਟਲੀ ਇੰਦਰਾ ਗਾਂਧੀ ਨੇ ਆਪਣਾ ਕੋਈ ਬੰਦਾ ਭੇਜਿਆ ਵੀ ਇੰਦਰਾ ਗਾਂਧੀ ਜਾਂ ਰਾਜੀਵ ਨੂੰ ਤੂੰ ਮਿਲ ਲੈ, ਸੰਤ ਭਿੰਡਰਾਂਵਾਲੇ ਨੂੰ ਕਿਹਾ। ਤੇ ਕਹਿੰਦਾ ਨਹੀਂ, ਮੈਂ ਤੈਨੂੰ ਉੱਥੇ ਤੇਰੇ ਦਫ਼ਤਰ 'ਚ ਨਹੀਂ ਮਿਲਣ ਆ ਸਕਦਾ, ਤੂੰ ਮਿਲਣਾ ਤੇ ਮੈਨੂੰ ਇੱਥੇ ਗੁਰਦੁਆਰੇ ਆ ਕੇ ਮਿਲ ਜਾ, ਰਾਜੀਵ ਮੈਨੂੰ ਇੱਥੇ ਗੁਰਦੁਆਰੇ ਆ ਕੇ ਮਿਲੇ। ਇਹੀ ਗੱਲ ਦਲਬੀਰ ਸਿੰਘ ਪੱਤਰਕਾਰ ਜਿਹੜਾ ਸੀ ਅੰਗਰੇਜ਼ੀ ਦਾ, ਉਹਦੇ ਨਾਲ ਭਿੰਡਰਾਂਵਾਲੇ ਨੇ ਕੀਤੀ ਵੀ ਉਹ ਮੈਨੂੰ ਸੁਨੇਹਾ ਆਇਆ ਸੀ ਇੰਦਰਾ ਗਾਂਧੀ ਦਾ ਵੀ ਮੈਨੂੰ ਤੂੰ ਆ ਕੇ ਮਿਲ, ਤੇ ਮੈਂ ਨਾ ਕਰ ਦਿੱਤੀ। ਉਹ ਦਲਬੀਰ ਸਿੰਘ ਪੱਤਰਕਾਰ ਕਹਿੰਦਾ ਤੂੰ ਨਾ ਕਿਉਂ ਕੀਤੀ, ਤੂੰ ਮਿਲ ਲੈਣਾ ਸੀ। ਉਹ ਇਸ ਤਰ੍ਹਾਂ ਮਗਰ ਮਿਲਿਆ ਨਹੀਂ, ਗੱਲਬਾਤ ਚੱਲ ਰਹੀ ਸੀ ਮਿਲਣ ਦੀ। ਈਵਨ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਤੈਨੂੰ ਰਾਜੀਵ ਨੂੰ ਮਿਲਾ ਦਿੰਦੇ ਆ, ਉਹਦਾ ਵੀ ਮੁਲਾਕਾਤ ਨਹੀਂ ਹੋਈ, ਕੋਸ਼ਿਸ਼ਾਂ ਹੋਈਆਂ, ਮੁਲਾਕਾਤ ਨਹੀਂ ਹੋਈ ਜੀ। ਕਿਤੇ ਨਾ ਕਿਤੇ ਬਾਕੀ ਇਹ ਗੱਲਾਂ ਸੱਚੀਆਂ ਨਹੀਂ, ਫਿਰ ਇਹ ਉਹੀ ਗੱਲ ਹੈ ਨਾ ਕਿ ਜਿਹਨੂੰ ਤੁਸੀਂ ਆਪਾਂ ਕਹਿੰਦੇ ਆ ਕਿ ਆਪਣੇ ਫਾਇਦਿਆਂ ਦੇ ਲਈ ਜਾਂ ਇੱਕ ਸਿਆਸੀ ਫਾਇਦਿਆਂ ਦੇ ਲਈ ਜਿਹੜਾ ਹੈ ਪ੍ਰੋਪੇਗੈਂਡਾ ਫੈਲਾਇਆ ਜਾਂਦਾ, ਝੂਠੀਆਂ ਖਬਰਾਂ ਬਦਨਾਮ ਕਰਨ ਵਾਸਤੇ, ਭਿੰਡਰਾਂਵਾਲੇ ਨੂੰ ਪਿਓਰਲੀ ਬਦਨਾਮ ਕਰਨ ਵਾਸਤੇ ਸਿੱਖ ਮਾਸਸ ਜਿਹੜੀਆਂ ਨੇ ਇਹੋ ਜਿਹੀਆਂ ਗੱਲਾਂ ਸੁਣ ਕੇ ਉਹ ਫਿਰ ਉਹਨੂੰ ਵੋਟ ਨਹੀਂ ਪਾਉਂਦੀਆਂ। ਅੱਛਾ, ਇੱਕ ਸਵਾਲ ਹੋਰ ਹੈ ਬਲਦੇਵ ਜੀ, ਇਹ ਕਿਹਾ ਜਾਂਦਾ ਸੀਗਾ ਕਿ ਕਹਿੰਦੇ ਵੀ ਜਦੋਂ ਕਹਿੰਦੇ ਕਿ ਮਾਰਕ ਤੁਲੀ ਤੇ ਸਤੀਸ਼ ਜੈਕਬ ਜਾ ਕੇ ਕਹਿੰਦੇ ਇੱਕ ਇੰਟਰਵਿਊ 'ਚ ਉਹਨਾਂ ਨੇ ਆਪਣਾ ਜ਼ਿਕਰ ਵੀ ਕੀਤਾ ਆਪਣੇ ਉਸ ਕਿਤਾਬ ਦੇ ਵਿੱਚ ਜਿਹੜੀ ਉਹਨਾਂ ਨੇ ਲਿਖੀ ਹੋਈ ਹੈ। ਕਹਿੰਦੇ ਵੀ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਥਿਆਰ ਕਿਉਂ ਰੱਖਦੇ ਹੋ, ਤੇ ਉਹਨਾਂ ਨੇ ਕਿਹਾ ਕਿ ਪੁਲਿਸ ਵਾਲੇ ਕਿਉਂ ਹਥਿਆਰ ਰੱਖਦੇ ਆ, ਉਹ ਕਹਿੰਦੇ ਕਿ ਸਾਨੂੰ ਉਹਨਾਂ ਦੇ ਸੁਭਾਅ ਤੋਂ ਇਦਾਂ ਲੱਗਦਾ ਸੀ ਕਿਤੇ ਨਾ ਕਿਤੇ ਉਹਨਾਂ ਨੂੰ ਜਾਂ ਤਾਂ ਲੋਕਲ ਗਵਰਨਮੈਂਟ ਦੀ ਸ਼ਾਇ ਆ ਜਾਂ ਸੈਂਟਰ ਗਵਰਨਮੈਂਟ ਦੀ ਸ਼ਾਇ ਆ, ਸੋ ਜਿਹੜੇ ਉਹਨਾਂ ਨੇ ਇਹ ਇਦਾਂ ਚੀਜ਼ਾਂ ਰੱਖੀਆਂ ਸੀਗੀਆਂ। ਤੁਹਾਨੂੰ ਲੱਗਦਾ ਕਿ ਇਸ ਗੱਲ ਦੇ ਉੱਤੇ, ਇਸ ਬਿਆਨ ਦੇ ਉੱਤੇ ਐਡੀ ਵੱਡੀ ਗੱਲ ਕਰਨਾ ਇਹ ਵਾਜਬ ਹੈ? ਦੇਖੋ ਜੀ, ਇੱਕ ਤਾਂ ਜਿੰਨੇ ਵੀ ਸੰਤ ਜਰਨੈਲ ਸਿੰਘ ਦੇ ਬੰਦਿਆਂ ਕੋਲ ਹਥਿਆਰ ਸੀ, ਜਿੰਨੇ ਵੀ, ਸਭ ਲਾਇਸੈਂਸੀ ਸੀ। ਔਰ ਲਾਇਸੈਂਸ ਵੀ ਸਿਮਰਨਜੀਤ ਸਿੰਘ ਮਾਨ, ਉਹ ਐਸਐਸਪੀ ਹੁੰਦਾ ਸੀ ਫਰੀਦਕੋਟ, ਉਹਨੇ ਇਸ਼ੂ ਕੀਤੇ ਸੀ। ਐਸਐਸਪੀ ਫਰੀਦਕੋਟ ਹੁੰਦਾ ਸੀ ਸਿਮਰਨਜੀਤ ਸਿੰਘ ਮਾਨ, ਉਹਨੇ ਉਹ ਇਸ਼ੂ ਕੀਤੇ, ਸਭ ਲਾਇਸੈਂਸੀ ਲਾਇਸੈਂਸ ਉਹਦੇ ਕੋਲ ਹਥਿਆਰ ਸੀ। ਉਹ ਇਹ ਲਾਇਸੈਂਸੀ ਹੋਣ ਕਰਕੇ ਉਹ ਡਰਦਾ ਨਹੀਂ ਸੀ। ਇੱਕ ਕੁਦਰਤੀ ਉਹ ਜਵਾਨ ਸੀ, ਨੌਜਵਾਨ ਸੀ, ਟਕਸਾਲ ਦਾ ਲੀਡਰ ਸੀ। ਫਿਰ ਏਡੇ ਵੱਡੇ ਉਹਦੇ ਚੋਂ ਗ੍ਰਿਫਤਾਰੀ ਦੇ ਕੇਸ ਚੋਂ, ਲਾਲਾ ਜਗਤ ਰਾਏ ਦੇ ਕੇਸ ਚੋਂ ਬਾਹਰ ਆ ਗਿਆ। ਕਈ ਇਨਸਾਨ ਜਿਹੜੇ ਜ਼ਿਆਦਾ ਬੋਲਡ ਹੁੰਦੇ ਨੇ, ਸਾਰੇ ਉਹਨਾਂ ਬੋਲਡ ਨਹੀਂ ਹੁੰਦੇ, ਉਹ ਜ਼ਿਆਦਾ ਬੋਲਡ ਸੀ। ਅੱਛਾ, ਚਲੋ ਇਹਦੇ ਨਾਲ ਹੀ ਮੇਰਾ ਇੱਕ ਹੋਰ ਸਵਾਲ ਆ, ਖਾਲਿਸਤਾਨ ਨੂੰ ਲੈ ਕੇ ਭਿੰਡਰਾਂਵਾਲੇ ਦਾ ਕੀ ਕਹਿਣਾ ਸੀ, ਕੀ ਮੰਨਦੇ ਸੀ ਉਹ? ਕਿਉਂਕਿ ਬਹੁਤ ਵਾਰ ਖਾਲਿਸਤਾਨ ਨੂੰ ਲੈ ਕੇ ਰੌਲਾ ਪੈਂਦਾ ਹੈ, ਤੁਸੀਂ ਇਹ ਬਹੁਤ ਤੇ ਕੰਮ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਭਿੰਡਰਾਂਵਾਲੇ ਦਾ ਕੀ ਬਦਨਾਮ ਕਰਨ ਦੀ ਉਹਨੂੰ ਜਦ ਕਿਸੇ ਨੂੰ ਮਾਰਨਾ ਹੋਏ ਨਾ, ਇਹ ਸਟ੍ਰੈਟਜੀ ਹੈ, ਚਾਣਕਿਆ ਕੁਟਲੇ ਦੀ ਸਟ੍ਰੈਟਜੀ ਹੁੰਦੀ ਹੈ, ਇਹ ਪੋਲੀਟੀਕਲ ਸਟ੍ਰੈਟਜੀ ਹੁੰਦੀਆਂ। ਜਦ ਕਿਸੇ ਨੂੰ ਬੰਦੇ ਨੂੰ ਮਾਰਨਾ ਹੈ ਨਾ, ਤੁਸੀਂ ਮਰਵਾਉਣਾ, ਉਹਨੂੰ ਬਦਨਾਮ ਕਰ ਦਿਓ। ਖਾਲਿਸਤਾਨ ਮੰਗਦਾ ਜੀ, ਹਿੰਦੂ ਮਰਵਾਤੇ ਜੀ, ਪਾਕਿਸਤਾਨ ਨਾਲ ਮਿਲ ਗਿਆ ਜੀ, ਫੌਜ ਹਮਲਾ ਕਰ ਦੇਗੀ ਜੀ, ਐ ਹੋ ਜਾਏਗਾ, ਇਹੋ ਜਿਹੀਆਂ ਗੱਲਾਂ ਕਰਕੇ ਇਹਨੇ 30-35 ਹਜ਼ਾਰ ਹਿੰਦੂ ਮਰਵਾਤੇ। ਇਦਾਂ ਦੀਆਂ ਗੱਲਾਂ ਕਰ ਕਰਕੇ ਉਹਨੂੰ ਬਦਨਾਮ ਕੀਤਾ ਪੂਰੇ ਇੰਡੀਆ 'ਚ, ਬਦਨਾਮ ਕੀਤਾ।
ਭਿੰਡਰਾਂ ਵਾਲੇ ਦੀ ਲਿਖਤ ਡਿਮਾਂਡ ਮੈਂ ਤੁਹਾਨੂੰ ਦੱਸਦਾ। ਇਹ ਦੇਖੋ, ਇਹ ਕਿਤਾਬ ਹੈ, ਇਹ ਮੀਡੀਆ ਦੀ। ਜੀ ਇਹ ਭਿੰਡਰਾਂ ਵਾਲੇ ਦੀ ਆਪਣੇ ਨਾਂ ਥੱਲੇ ਲਿਖਤੀ ਹੈ, ਜਰਨੈਲ ਸਿੰਘ ਜੀ ਖਾਲਸਾ। ਅੱਛਾ ਬਲਦੇਵ ਜੀ, ਤੁਸੀਂ ਪਹਿਲਾਂ ਇਸ ਕਿਤਾਬ ਹਾਂਜੀ, ਇਸ ਕਿਤਾਬ ਦਾ ਨਾਮ ਦੱਸ ਦਿਓ ਪਹਿਲਾਂ, ਫਿਰ ਉਸ ਤੋਂ ਬਾਅਦ ਉਹਦੀ ਲਿਖਤ ਜਿਹੜੀ ਜ਼ਰੂਰ ਪੜ੍ਹਿਓ। ਇਹ ਹੈ ਕਮਿਊਨਲ ਮੀਡੀਆ। ਕਮਿਊਨਲ ਮੀਡੀਆ, ਇਹ ਤੁਹਾਨੂੰ ਚਤਰ ਸਿੰਘ ਜੀਵਨ ਸਿੰਘ ਨੇ ਛਾਪੀ ਹੈ, ਉਹਦੇ ਕੋਲ ਮਿਲ ਸਕਦੀ ਹੈ। ਜੀ ਵਾਜ਼ ਭਿੰਡਰਾਂਵਾਲਾ ਗੈਟਿੰਗ ਹਿੰਦੂਜ਼ ਕਿਲਡ, ਇਹ ਕਿਤਾਬ ਦਾ ਨਾਮ ਹੈ। ਅੱਛਾ, ਇਹ ਹੁਣ ਜਿਹੜੀ ਹੈ ਨਾ, ਇਹ ਜਰਨੈਲ ਸਿੰਘ ਖਾਲਸਾ ਦੀ ਆਪਣੀ ਐਡਵਰਟਾਈਜ਼ਮੈਂਟ ਹੈ ਮੈਗਜ਼ੀਨ ਦੇ ਵਿੱਚ। ਕਿਹੜੀ ਮੈਗਜ਼ੀਨ ਹੈ? ਸ਼ਮਸ਼ੀਰ ਦਸਤ। ਸ਼ਮਸ਼ੀਰ ਦਸਤ, ਮਈ 1983। ਮਈ 1983 ਦੀ ਇਹ ਭਿੰਡਰਾਂਵਾਲੇ ਦੀ ਆਪਣੀ ਲਿਖਤ, ਆਪਣੇ ਨਾਂ ਥੱਲੇ ਲਿਖਤ ਹੈ ਉਹਦੀ, ਸਿੱਖਾਂ ਦੀਆਂ ਮੰਗਾਂ। ਆ ਦੇਖੋ, ਸਮੂਹ ਸਿੱਖ ਇਕਮੁੱਠ ਹੋ ਤੇ ਤਿਆਰ ਬਰ ਤਿਆਰ ਰਹੋ। ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਵੱਲੋਂ ਸਿੱਖਾਂ ਨਾਲ ਦੇਸ਼ ਦੀ ਵੰਡ ਸਮੇਂ ਕੀਤੇ ਬਚਨਾਂ ਨੂੰ ਪੂਰਾ ਕਰਾਉਣ ਲਈ ਧਰਮ ਯੁੱਧ ਨੂੰ ਕਾਮਯਾਬ ਬਣਾਓ। ਜੀ ਫਿਰ ਕਿਵੇਂ ਇਹ ਥੱਲੇ ਉਹ 11 ਲਿਸਟ ਹੈ, 11 ਦੀ ਲਿਸਟ ਹੈ, ਕਿਵੇਂ ਬਣਾਓ। ਜੀ ਇਹ ਬਿਲਕੁਲ ਅਨੰਦਪੁਰ ਦਾ ਮਤਾ, ਜੋ ਪ੍ਰੋਮਿਸਿਸ ਕੀਤੇ ਸੀ 47 ਤੋਂ ਪਹਿਲਾਂ ਸਿੱਖਾਂ ਦੇ ਨਾਲ, ਇਹ ਉਹਨਾਂ ਦਾ ਸੀ। ਕੋਈ ਖਾਲਿਸਤਾਨ ਦੀ ਕੋਈ ਗੱਲ ਹੀ ਨਹੀਂ ਸੀ। ਇਹ ਉਹਨਾਂ ਦਾ ਆਪਣਾ ਨਾਂ ਥੱਲੇ ਲਿਖਿਆ ਹੈ, ਜਰਨੈਲ ਸਿੰਘ ਖਾਲਸਾ। ਕੋਈ ਖਾਲਿਸਤਾਨ ਦੀ ਗੱਲ ਨਹੀਂ ਸੀ, ਕੋਈ ਪਾਕਿਸਤਾਨ ਨਾਲ ਲਿੰਕ ਨਹੀਂ ਉਹਨਾਂ ਦਾ, ਕੋਈ ਹਿੰਦੂ ਨਹੀਂ ਮਰਵਾਏ ਉਹਨਾਂ ਨੇ, ਸਭ ਝੂਠ ਹੈ। ਸਭ ਮੀਡੀਆ ਨੇ ਬਕਵਾਸ ਕਰਕੇ, ਬਦਨਾਮ ਕਰਕੇ ਉਸਨੂੰ, ਕਿਉਂਕਿ ਉਸਨੂੰ ਮਾਰਨਾ ਸੀ, ਖਤਮ ਕਰਨਾ ਸੀ। ਦੈਟ ਵਾਸ ਦ ਰੀਜ਼ਨ। ਤੁਹਾਨੂੰ ਲੱਗਦਾ ਹੈ ਕਿ ਅਖੀਰ ਦੇ ਵਿੱਚ ਇਹ ਕਿ ਇਹ ਸਾਜ਼ਿਸ਼ ਜਿਹੜੀ ਸੀਗੀ, ਉਸ ਜਿਹੜੀ ਸੂਬਾ ਸਰਕਾਰਾਂ ਦੋਵਾਂ ਦੀ ਮਿਲੀ ਭਗਤ ਸੀਗੀ? ਇੱਕ ਜਾਂਦਾ ਹੋਇਆ ਆਖਰੀ ਸਵਾਲ ਹੈ, ਇਹ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ 47 ਤੋਂ ਪਹਿਲਾਂ ਤੋਂ ਚੱਲ ਰਹੀ ਹੈ ਜੀ। ਤੁਸੀਂ ਸਿੱਖਾਂ ਨੂੰ ਪੋਲਿਟਿਕਸ ਜਿਹੜੀ ਸਮਝ ਨਹੀਂ ਆਈ, ਸਰਾਗ ਕਪੂਰ ਸਿੰਘ ਸਮਝਾਉਂਦੇ ਸੀ। ਸਰਾਗ ਕਪੂਰ ਸਿੰਘ ਦਾ ਨਾਮ ਸੁਣਿਆ? ICS। ਜੀ ਜੀ ਉਹਨਾਂ ਨੇ ਅੱਛਾ ਪਹਿਲਾਂ ਜੀ ਸਾਖੀ ਦੱਸ ਦਿੱਤਾ ਸੀ ਕਿ ਸਿੱਖਾਂ ਨੂੰ 1947 ਤੋਂ ਪਹਿਲਾਂ ਦੀ ਸਾਜ਼ਿਸ਼ ਹੈ ਬਈ ਸਿੱਖਾਂ ਨੂੰ ਹਿੰਦੂਆਂ 'ਚ ਮਰਜ ਕਰਨਾ ਹੈ, ਖਤਮ ਕਰਨਾ ਹੈ। ਇਹ 47 ਤੋਂ ਪਹਿਲਾਂ ਦੀ ਸਾਜ਼ਿਸ਼ ਚਲੀ ਆ ਰਹੀ ਹੈ, ਇਹ ਨਵੀਂ ਸਾਜ਼ਿਸ਼ ਨਹੀਂ ਹੈ। ਬਲਦੇਵ ਜੀ, ਇਹ ਸਵਾਲ ਜਿਹੜਾ ਹੈ ਇਹਨੂੰ ਕਲੀਅਰਲੀ ਜੇ ਪੁੱਛਿਆ ਜਾਵੇ ਕਿ ਬਲੂ ਸਟਾਰ ਦੇ ਪਿੱਛੇ ਜਾਂ ਫਿਰ ਭਿੰਡਰਾਂਵਾਲਾ ਦੇ ਅਸੈਸੀਨੇਸ਼ਨ ਪਿੱਛੇ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਦੋਹਾਂ ਦੇ ਹੱਥ ਸੀਗੇ, ਮੇਰਾ ਸਵਾਲ ਇਹ ਹੈ, ਜੇ ਤੁਸੀਂ ਇਹਨੂੰ ਕਲੀਅਰਲੀ। ਬਿਲਕੁਲ ਦੋਨਾਂ ਦੇ ਹੱਥ ਰਲ ਗਏ ਸੀ, ਦੋਨਾਂ ਦੇ ਹੱਥ ਰਲ ਗਏ ਸੀ। ਸਟਾਰਟਿੰਗ ਪੁਆਇੰਟ ਸੀ ਇਹਨਾਂ ਦਾ ਭਾਈ ਰਣਜੀਤ ਸਿੰਘ, ਜਿਹੜਾ ਜਿਹਨੇ ਨਿਰੰਕਾਰੀ ਕਾਂਡ 'ਚ ਮਾਰਨ ਦਾ ਹਿੱਸਾ ਲਿਆ ਸੀ, ਉਹ ਗੋਲਡਨ ਟੈਂਪਲ 'ਚ ਰਹਿੰਦਾ ਸੀ। ਉਸ ਨੂੰ ਸੰਤ ਲੌਂਗੋਵਾਲ ਨੇ ਸੁਰਜੀਤ ਸਿੰਘ ਬਰਨਾਲਾ ਨੂੰ ਕਹਿ ਕੇ ਸਰੈਂਡਰ ਕਰਵਾਇਆ ਸੀ CBI ਬਾਵਾ ਦੇ ਕੋਲ, ਐਡੀਸ਼ਨਲ ਡਾਇਰੈਕਟਰ ਸੀ। ਉੱਥੋਂ ਸ਼ੁਰੂ ਹੋ ਜਾਂਦਾ ਇਹਨਾਂ ਦਾ ਸੈਂਟਰ ਦੇ ਨਾਲ ਕੋਆਪਰੇਸ਼ਨ ਦਾ ਕੰਮ। ਭਾਈ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰਾਉਣ ਤੋਂ ਉੱਥੇ ਹੀ ਸ਼ੁਰੂ ਹੁੰਦਾ। ਉੱਥੋਂ ਇਹਨਾਂ ਦੀ ਜਿਹੜੀ ਹੋ ਗਈ ਸੀ ਬਈ ਹੁਣ ਅਸੀਂ ਸੈਂਟਰ ਤੁਹਾਡੇ ਨਾਲ ਆ, ਇਹ ਭਿੰਡਰਾਂਵਾਲੇ ਨੂੰ ਤੁਸੀਂ ਸਾਂਭੋ। ਵਾਕਈ ਸੋ ਕਿਤੇ ਨਾ ਕਿਤੇ ਸਵਾਲ ਮੇਰੇ ਦਾ ਜਵਾਬ ਜਿਹੜਾ ਉਹ ਕਲੀਅਰ ਹੈ ਕਿ ਇਹ ਮਿਲੀ ਭਗਤ ਸੀਗੀ। ਬਲਦੇਵ ਜੀ, ਬਿਲਕੁਲ ਸੀ, ਸਾਰੇ ਸਬੂਤ ਨੇ ਮਿਲਣ ਦੇ, ਇਹ ਸਾਰੇ ਸਬੂਤ ਨੇ। ਆਪ ਆਵਾਜ਼ਾਂ ਮਾਰਨ ਡਏ ਆ, ਆਪ ਚਿੱਠੀਆਂ ਲਿਖ ਕੇ ਦੇਣ ਡਏ ਆ ਜੀ। ਵਾਕਈ ਇਹ ਸਾਰੇ ਸਬੂਤ ਜਿਹੜੇ ਨੇ ਤੁਹਾਡੇ ਕੋਲ ਨੇ। ਮੈਂ ਕੋਸ਼ਿਸ਼ ਵੀ ਕਰਾਂਗਾ ਕਿ ਸਾਡੀ ਟੀਮ ਜਿਹੜੀ ਹੈ ਉਹਨੂੰ ਮੇਰੀ ਗੱਲ ਹੋਰ ਸੁਣ ਲਓ, ਇੱਕ ਮੇਰੀ ਗੱਲ ਹੋਰ ਸੁਣ ਲਓ, ਮੈਂ ਤੁਹਾਨੂੰ ਦੱਸ ਦਿੰਦਾ ਬਾਦਲ ਦੇ ਬਾਰੇ। ਬਾਦਲ ਦੇ ਬਾਰੇ ਦੇਖੋ, ਚੈਪਟਰ ਹੈ ਪ੍ਰਕਾਸ਼ ਸਿੰਘ ਬਾਦਲ ਤੇ ਜੀ। ਭਗਵਾਨ ਸਿੰਘ ਭਗਵਾਨ ਸਿੰਘ ਦਾਨੇਵਾਲੀਆ IG ਸੀ ਪੰਜਾਬ ਦਾ। ਉਹਨੇ ਕਿਤਾਬ ਲਿਖੀ ਹੈ
ਉਸ ਕਿਤਾਬ ਦੇ ਵਿੱਚੋਂ ਜ਼ਿਕਰ ਕਰਦਾ ਹੈ ਬਾਦਲ would only work for his elevation. Badal would work for his elevation even in secret negotiations. Later on with Union Minister K.C. Pant in Delhi. ਬਾਦਲ ਦੀ ਵਾਈਫ ਜਾਂਦੀ ਹੈ, ਬਾਦਲ ਦੀ ਵਾਈਫ ਕੇ.ਸੀ. ਪੰਤ ਹੋਮ ਮਿਨਿਸਟਰ ਨੂੰ ਮਿਲਣ ਵਾਸਤੇ ਜੀ and install Badal as chief minister and everything would be all right in the Punjab. His wife had told Pant. Pant listened, advised patience and waiting before such political induction that would come later on though. ਇਹ ਪੰਜਾਬੀ ਚ ਮੈਂ ਦੱਸ ਦਿਆਂ ਕਿ ਤੁਸੀਂ ਸਮਝਾ ਦਿਓਗੇ ਆਪਣੇ ਪਾਠਕਾਂ ਨੂੰ? ਮੈਂ ਸਮਝਾ ਦਿੰਦਾ ਬਿਲਕੁਲ, ਪਰ ਜੇ ਤੁਸੀਂ ਸਮਝਾਓ ਤਾਂ ਬਿਲਕੁਲ ਠੀਕ ਰਹੇਗਾ। ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਕੇ.ਸੀ. ਪੰਤ ਯੂਨੀਅਨ ਮਿਨਿਸਟਰ ਸੀ, ਕਾਂਗਰਸ ਦਾ ਰਾਜ ਸੀ। ਕੇ.ਸੀ. ਪੰਤ ਕਾਂਗਰਸ ਦਾ ਮਿਨਿਸਟਰ ਸੀ, ਕਾਂਗਰਸ ਦਾ ਰਾਜ ਸੀ। ਉਹਦੇ ਵਿੱਚ ਮਿਸਿਸ ਬਾਦਲ ਜਾਂਦੇ ਨੇ, ਉਹਨੂੰ ਮਿਲਦੇ ਨੇ, ਹੋਮ ਮਿਨਿਸਟਰ ਸੀ ਉਹ ਕਹਿੰਦੀ ਹੈ ਲੇਡੀ ਵੀ ਬਾਦਲ ਸਾਹਿਬ ਨੂੰ ਤੁਸੀਂ ਮੁੱਖ ਮੰਤਰੀ ਪੰਜਾਬ ਦਾ ਬਣਾ ਦਿਓ, ਪੰਜਾਬ 'ਚ ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ। ਮਤਲਬ ਕਿ ਇਹਨੂੰ ਮੁੱਖ ਮੰਤਰੀ ਨਾ ਬਣਾਉਣਾ ਇਹ ਮੁਸੀਬਤ ਹੈ ਸੈਂਟਰ ਵਾਸਤੇ। ਉਹ ਕਹਿੰਦਾ ਤੁਸੀਂ ਉਹ ਕੇ.ਸੀ. ਪੰਤ ਕਹਿੰਦਾ ਹਾਂ ਜੀ ਅਸੀਂ ਬਣਾ ਦਿਆਂਗੇ, ਥੋੜਾ ਟਾਈਮ ਆ ਲੈਣ ਦਿਓ, ਠੀਕ ਟਾਈਮ ਆ ਲੈਣ ਦਿਓ, ਇਹਨਾਂ ਨੂੰ ਅਸੀਂ ਮੁੱਖ ਮੰਤਰੀ ਬਣਾ ਦਿਆਂਗੇ। ਇਹ ਸੈਂਟਰ ਦੇ ਕਾਂਗਰਸ ਦੇ ਕਹੇ ਤੇ ਸਾਰਾ ਕੁਝ ਚੱਲ ਗਿਆ। ਕਾਂਗਰਸ ਹੋਏ ਬੀਜੇਪੀ ਹੋਏ, ਇਹ ਸੈਂਟਰ ਦਾ ਖਾਸ ਬੰਦਾ ਹੈ ਬਾਦਲ ਜੀ। ਬਲਦੇਵ ਜੀ, ਬਹੁਤ ਸਾਰੇ ਐਵੀਡੈਂਸ ਨੇ ਤੁਹਾਡੇ ਕੋਲ, ਉਹ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਦੇਖਣ ਵਾਲੇ ਸਾਡੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਇਸ ਸੱਚ ਦਾ ਜਿਹੜਾ ਹੈ ਵਾਕਈ ਪਤਾ ਲੱਗ ਜੂਗਾ, ਕਿਉਂਕਿ ਸੱਚ ਜਿਹੜਾ ਕਹਿੰਦੇ ਹੁੰਦੇ ਪਛਾਣਨਾ ਬਹੁਤ ਔਖਾ ਆ। ਸੋ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਐਡੀ ਦੂਰੋਂ ਸਾਡੇ ਲਈ ਸਮਾਂ ਕੱਢਿਆ, ਬਹੁਤ ਬਹੁਤ ਧੰਨਵਾਦ ਬਲਦੇਵ ਜੀ। ਥੈਂਕ ਯੂ ਜੀ ਸੋ ਮਚ, ਥੈਂਕ ਯੂ ਸੋ ਮਚ। ਸੋ ਕਿਤੇ ਨਾ ਕਿਤੇ ਬਲਦੇਵ ਜੀ ਉਹਨਾਂ ਦਾ ਕਹਿਣਾ ਸੀ ਉਹਨਾਂ ਕੋਲੇ ਬਹੁਤ ਸਾਰੀਆਂ ਕਟਿੰਗਾਂ ਨੇ ਅਖਬਾਰਾਂ ਦੀਆਂ, ਉਹਨਾਂ ਦੀ ਕਿਤਾਬ ਜਿਹੜੀ ਆਪ ਉਹਨਾਂ ਨੇ ਲਿਖੀ ਆ ਉਹਦੇ ਵਿੱਚ ਵੀ ਬਾਤ ਜੇ ਗੱਲ ਕੀਤੀ ਜਾਵੇ ਆਰਟੀਆਈ ਪਾ ਕੇ ਜਿਹੜੀ ਉਹਨਾਂ ਨੇ ਪੁੱਛਿਆ ਕਿ ਕੋਈ ਰਿਟਨ ਜਿਹੜਾ ਸੀਗਾ ਉਹਦਾ ਦਿੱਤਾ ਹੋਇਆ ਆਰਡਰ ਸੀ, ਤਾਂ ਕਹਿ ਰਹੇ ਨੇ ਕਿ ਮੈਨੂੰ ਸਾਰੀਆਂ ਜਗ੍ਹਾ ਦੇ ਉੱਤੋਂ ਇਹੀ ਮਿਲਿਆ ਕਿ ਉਸ ਬਲੂ ਸਟਾਰ ਆਪਰੇਸ਼ਨ ਦਾ ਜਿਹਨੇ ਪੰਜਾਬ ਦਾ ਐਡਾ ਵੱਡਾ ਨੁਕਸਾਨ ਕੀਤਾ ਕੋਈ ਵੀ ਰਿਟਨ ਆਰਡਰ ਨਹੀਂ ਕਰਦਾ। ਇੱਦਾਂ ਦੀਆਂ ਸਟੋਰੀਜ਼ ਜਿਹੜੀਆਂ ਨੇ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਵੱਖਰੇ ਵੱਖਰੇ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਕੁਝ ਰਿਸਰਚ ਕੀਤੀ ਹੈ ਜਾਂ ਆਪਣੇ ਪਿੰਡੇ ਤੇ ਹੰਡਾਇਆ ਹੈ, ਮੈਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਟੀਵੀ ਪੰਜਾਬ, ਮੈਂ ਚੰਦਰ ਸਿੰਘ ਖਹਿਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।